ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ। ਇੱਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ। ਕੋਟ ਪਰਾਧ ਹਮਾਰੇ ਖੰਡੋ ਅਨਿਕ ਵਿਧि ਸਮਝਾਵੋ। हम ज्ञान अल्प मत थोड़ी तुम आपन बिरद रखाओ। तुमरी शरण तुम्हारी आशा तुम ही सजन सुहेले। राखो राखण आर दयाला नानक करके गोले। जी राखो राखण आर दयाला नानक करके गोले। वाहिगुरु जी का खालसा वाहिगुरु जी की फतेह। ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਬਖਸ਼ਿਸ਼ ਅਪਾਰ ਰਹਿਮਤ ਆਪ ਸਾਰੇ ਰੱਬ ਰੂਪੀ ਸੰਗਤਾਂ ਦੀਆਂ ਤੇ ਅਪਾਰ ਬਖਸ਼ਿਸ਼ ਹੋ ਰਹੀ ਹੈ ਜੋ ਰੋਜ਼ਾਨਾ ਹੀ ਅੰਮ੍ਰਿਤ ਮੇਲੇ ਜਾਗ ਕੇ ਉਹ ਹੀਰੇ ਮੋਤੀ ਇਕੱਠੇ ਕਰ ਰਹੇ ਹੋ, ਜੋ ਸੰਸਾਰ ਨੂੰ ਕਿਸੇ ਘੱਟ ਜੀਵਾਂ ਨੂੰ ਇਹ ਪ੍ਰਾਪਤ ਹੁੰਦਾ ਹੈ ਤੋ ਉੱਚੇ ਭਾਗ ਵੱਡੇ ਭਾਗਾਂ ਦੀ ਨਿਸ਼ਾਨੀ ਹੈ। ਸੋ ਆਓ ਕੁਝ ਸਮਾਂ ਮਾਲਕ ਨੇ ਗੁਰੂ ਸ਼ਬਦ ਦੇ ਵਿਚਾਰ ਦੇ ਨਾਲ ਜੁੜਨ ਦਾ ਦਿੱਤਾ ਹੈ। ਤੋ ਅੰਮ੍ਰਿਤ ਵੇਲੇ ਜਾਗ ਕੇ ਵੀ ਸਤਿਗੁਰੂ ਨੇ ਇਹੀ ਕਿਹਾ ਹੈ ਕਿ ਅੰਮ੍ਰਿਤ ਵੇਲਾ ਸੱਚ ਨਾਉ ਵਡਿਆਈ ਵਿਚਾਰ। ਉੱਠ ਕੇ ਉਸ ਅੰਮ੍ਰਿਤ ਵੇਲੇ ਜਾਗ ਕੇ ਉਸ ਵੱਡੇ ਦੀਆਂ ਵਿਚਾਰਾਂ ਕਰੀਏ ਜਿਹੜਾ ਜ਼ਰੇ ਜ਼ਰੇ ਵਿੱਚ ਸਮਾਇਆ ਹੈ। ਸੋ ਚੱਲ ਰਹੀ ਲੜੀਵਾਰ ਸ੍ਰੀ ਜਪਜੀ ਸਾਹਿਬ ਜੀ ਦੀ ਵਿਚਾਰ ਅਸੀਂ ਆਪਸ ਵਿੱਚ ਬੈਠ ਕੇ ਮਿਲ ਸਾਂਝ ਕਰਦੇ ਹਾਂ। ਗੁਰੂ ਸਾਹਿਬ ਅੱਜ ਵੀ ਮਿਹਰ ਭਰਿਆ ਹੱਥ ਰੱਖਣ। ਅਗਮ ਅਗੋਚਰ ਸੱਚ ਸਾਹਿਬ ਮੇਰਾ ਨਾਨਕ ਬੋਲੇ ਬੁਲਾਇਆ ਤੇਰਾ। ਤੇਰਾ ਬੁਲਾਇਆ ਅਸੀਂ ਬੋਲਣਾ ਹੈ। ਗੁਰੂ ਸਾਹਿਬ ਆਪ ਕਿਰਪਾ ਕਰੋ, ਮਨ ਬਿਰਤੀ ਨੂੰ ਇਕਾਗਰ ਕਰੀਏ, ਹਿਰਦੇ ਘਰ ਦੇ ਵਿੱਚੋਂ ਕਹਿਣ ਦਾ ਯਤਨ ਕਰੋ। ਸਤਨਾਮ ਸ੍ਰੀ ਵਾਹਿਗੁਰੂ। ਫੇਰ ਆਖੋ ਜੀ ਸਤਨਾਮ ਸ੍ਰੀ ਵਾਹਿਗੁਰੂ। ਪਿਛਲੀ ਪੌੜੀ ਦੇ ਅੰਦਰ ਗੁਰੂ ਨਾਨਕ ਪਾਤਸ਼ਾਹ ਸਿੱਧਾਂ ਨੂੰ ਸਮਝਾ ਰਹੇ ਹਨ ਜੋ ਬਚਨ ਬਿਲਾਸ ਹੋ ਰਹੇ ਹਨ, ਪਰ ਇਹ ਸਾਰੀ ਕਾਇਨਾਤ ਵਾਸਤੇ, ਸਾਰੀ ਖਲਕਤ ਵਾਸਤੇ ਇਹ ਬਾਣੀ ਰਚੀ ਗਈ ਹੈ। ਤੋ ਗੁਰੂ ਸਾਹਿਬ ਨੇ ਪਹਿਲਾਂ ਸਾਨੂੰ ਦ੍ਰਿੜ ਕਰਾਇਆ ਕਿ ਸਚਿਆਰ ਬਣਨ ਵਾਸਤੇ ਇਹ ਸਾਰੀ ਬਾਣੀ ਸਤਿਗੁਰੂ ਨੇ ਰਚੀ ਹੈ। ਔਰ ਉਸ ਪਰਮਾਤਮਾ ਦੇ ਬਚਨ ਕੋਈ ਧਿਆਨ ਨਾਲ ਸੁਣ ਲੇ। ਇੱਕ ਹੁੰਦਾ ਖਾਲੀ ਸੁਣਨਾ, ਇੱਕ ਹੁੰਦਾ ਧਿਆਨ ਨਾਲ ਸੁਣਨਾ। ਕਈ ਵਾਰੀ ਬੰਦਾ ਫੋਨ 'ਤੇ ਗੱਲ ਕਰ ਰਿਹਾ ਹੁੰਦਾ, ਦੂਜਾ ਫੋਨ ਆ ਜਾਂਦਾ ਹੈ, ਉਹ ਕਹਿੰਦਾ ਵੀ ਗੱਲ, ਕਹਿੰਦਾ ਮੈਂ ਧਿਆਨ ਨਾਲ ਨਹੀਂ ਸੁਣੀ। ਸੁਣੀ ਤੇ ਹੈ ਪਰ ਧਿਆਨ ਨਾਲ ਨਹੀਂ ਸੁਣੀ। ਜੇ ਕੋਈ ਪਰਮਾਤਮਾ ਦੇ ਬਚਨ ਧਿਆਨ ਨਾਲ ਸੁਣ ਲੇ ਤੇ ਮਾਰੇ ਕਹਿੰਦੇ ਨੇ ਜੇ ਸੁਣ ਕੇ ਮੰਨ ਲਵੇ ਤੇ ਜੇ ਉਹਨਾਂ ਬਚਨਾਂ ਦੇ ਉੱਤੇ ਪਹਿਰਾ ਦੇ ਦੇਵੇ ਤੇ ਉਹ ਫਿਰ ਅਸੀਂ ਪਿਛਲੀ ਪੌੜੀਆਂ ਦੇ ਵਿੱਚ ਸਰਵਣ ਕਰਕੇ ਆਏ ਹਾਂ ਕਿ ਉਸ ਦੀ ਅਵਸਥਾ ਨੂੰ ਫਿਰ ਕੋਈ ਦੱਸ ਨਹੀਂ ਸਕਦਾ। ਮੰਨੇ ਕੀ ਗਤ ਕਹੀ ਨਾ ਜਾਏ, ਜੇ ਕੋ ਕਹੈ ਪਿਛੈ ਪਛਤਾਏ। ਕਾਗਜ਼ ਕਲਮ ਨਾ ਲਿਖਣ ਹਾਰ। ਮਹਾਰਾਜ ਕਹਿੰਦੇ ਨੇ ਉਹ ਕੋਈ ਕਾਗਜ਼ ਤੇ ਕਲਮ ਦੇ ਉੱਤੇ ਉਸ ਅਵਸਥਾ ਨੂੰ ਕੋਈ ਬਿਆਨ ਨਹੀਂ ਕਰ ਸਕਦਾ।
ਤਾਂ ਗੁਰੂ ਸਾਹਿਬ ਕਹਿੰਦੇ ਨੇ ਜਿਹੜਾ ਮਨ ਲਵੇ, ਸੁਣ ਕੇ ਧਿਆਨ ਨਾਲ ਮੰਨ ਲਵੇ, ਤੇ ਮੰਨਣ ਤੋਂ ਬਾਅਦ ਉਹਨੂੰ ਕੀ ਪ੍ਰਾਪਤ ਹੁੰਦਾ ਹੈ, ਉਹ ਅੱਜ ਸਤਿਗੁਰੂ ਇਸ ਪੌੜੀ ਰਾਹੀਂ ਸਮਝਾ ਰਹੇ ਹਨ। ਪੌੜੀ ਲੰਬੇਰੀ ਹੈ, ਤਾਂ ਅਸੀਂ ਕੋਸ਼ਿਸ਼ ਹੋਏਗੀ ਕਿ ਇਸੇ ਅੱਜ ਦੇ ਦੀਵਾਨ ਦੇ ਵਿੱਚ ਵੀ ਇਸ ਪੌੜੀ ਦੀ ਅਸੀਂ ਵਿਚਾਰ ਸਾਂਝ ਕਰ ਸਕੀਏ। ਮਹਾਰਾਜ ਕਹਿੰਦੇ ਨੇ ਪੰਜ ਪਰਵਾਨ ਪੰਜ ਪ੍ਰਧਾਨ, ਪੰਚੇ ਪਾਵਹਿ ਦਰਗਾਹ ਮਾਣ। ਮਹਾਰਾਜ ਕਹਿ ਰਹੇ ਨੇ ਜਿਹੜਾ ਪਰਮਾਤਮਾ ਦੀ ਗੱਲ ਨੂੰ ਮੰਨ ਲੈਂਦਾ ਹੈ ਤੇ ਉਹ ਫਿਰ ਪੰਚ ਮੰਨਿਆ ਜਾਂਦਾ ਹੈ। ਪੰਚ ਤੋਂ ਭਾਵ ਹੁੰਦਾ ਹੈ ਕਿ ਮੁਖੀ। ਜਿਸ ਤਰ੍ਹਾਂ ਪਿੰਡਾਂ ਦੇ ਵਿੱਚ ਇਲੈਕਸ਼ਨ ਹੁੰਦੇ ਨੇ ਪੰਚਾਇਤ ਦੇ, ਤੇ ਮੁਖੀ ਬਣਾਇਆ ਜਾਂਦਾ ਹੈ ਕਿਸੇ ਨੂੰ, ਤੇ ਜਿਹੜਾ ਬਿਲਕੁਲ ਉਹਦੇ ਤੋਂ ਉੱਚਾ ਹੁੰਦਾ ਹੈ ਫਿਰ ਉਹ ਪੰਚ ਹੁੰਦਾ ਹੈ, ਫਿਰ ਉਹਨੂੰ ਸਰਪੰਚ ਵੀ ਕਹਿੰਦੇ ਹਾਂ। ਜਿਹੜੇ ਉਸ ਛੋਟੇ ਕਸਬੇ ਦੇ ਫੈਸਲਿਆਂ ਨੂੰ ਨਿਬੇੜਾ ਕਰਦਾ ਹੈ, ਉਹ ਮੁਖੀ ਮੰਨਿਆ ਜਾਂਦਾ ਹੈ। ਤਾਂ ਮਹਾਰਾਜ ਕਹਿੰਦੇ ਜਿਹੜਾ ਪਰਮਾਤਮਾ ਦੀ ਗੱਲ ਨੂੰ ਮੰਨ ਲਏਗਾ ਉਹ ਪੰਚ ਪ੍ਰਵਾਨ ਹੋ ਜਾਏਗਾ। ਉਹ ਜਿਹੜਾ ਮੁਖੀ ਹੈ ਉਹ ਉਸ ਪਰਮਾਤਮਾ ਦੇ ਦਰ 'ਤੇ ਕਬੂਲ ਕੀਤਾ ਜਾਏਗਾ। ਇਸ ਤਰ੍ਹਾਂ ਕਹਿ ਲਓ ਪੰਚ ਪ੍ਰਧਾਨ, ਉਹ ਫਿਰ ਸਭ ਤੋਂ ਉੱਚਾ ਪ੍ਰਧਾਨ ਮੰਨਿਆ ਜਾਏਗਾ ਕਿ ਉਹ ਸਭ ਤੋਂ ਉੱਚੇ ਅਹੁਦੇ ਵਾਲਾ ਹੈ ਪ੍ਰਧਾਨ। ਵੈਸੇ ਪ੍ਰਧਾਨ ਤੇ ਅਸੀਂ ਕਿਸੇ ਨੇ ਅੰਮ੍ਰਿਤ ਨਹੀਂ ਵੀ ਛਕਿਆ, ਅਸੀਂ ਉਸ ਨੂੰ ਵੀ ਪ੍ਰਧਾਨ ਬਣਾ ਦਿੰਦੇ ਹਾਂ ਗੁਰਦੁਆਰਿਆਂ ਦਾ। ਪ੍ਰਧਾਨ ਤੋਂ ਭਾਵ ਹੁੰਦਾ ਮੁਖੀ, ਜਿਹੜਾ ਸਿਰਮੌਰ ਹੈ, ਜਿਹੜੀ ਇਹ ਸੇਵਾ ਦੇ ਕਾਬਲ ਹੈ। ਔਰ ਮਹਾਰਾਜ ਕਹਿੰਦੇ ਨੇ ਜਿਹੜਾ ਉਸ ਪਰਮਾਤਮਾ ਦੇ ਨਾਮ ਨੂੰ ਜਪੇਗਾ, ਮੰਨੇਗਾ, ਉਹ ਫਿਰ ਮੁਖੀ ਹੋ ਜਾਏਗਾ, ਉਹ ਪਰਮਾਤਮਾ ਦੇ ਦਰ 'ਤੇ ਕਬੂਲ ਕੀਤਾ ਜਾਏਗਾ। ਦੇਖੋ ਗੁਰਦੁਆਰਿਆਂ ਦੇ ਵਿੱਚ ਕਈ ਜਗ੍ਹਾ 'ਤੇ ਅਸੀਂ ਵਿਚਰਨੇ ਹਾਂ। ਇੱਕ ਜਗ੍ਹਾ 'ਤੇ ਵਿਸ਼ਾ ਵੀ ਸੀ ਕਿ ਗੁਰੂ ਸਾਹਿਬ ਨੇ ਬਖਸ਼ਿਸ਼ ਕੀਤੀ, ਕਹਿਣ ਲੱਗੇ ਜੀ ਪ੍ਰਧਾਨ ਦੇ ਉੱਤੇ ਬੋਲਣਾ ਹੈ। ਪ੍ਰਧਾਨ ਕੀ ਹੈ? ਮੈਂ ਕਿਹਾ ਪ੍ਰਧਾਨ ਤੋਂ ਭਾਵ ਹੁੰਦਾ ਹੈ ਮੁੱਖ ਸੇਵਾਦਾਰ, ਜਿਹੜਾ ਨਿਮਰਤਾ ਵਿੱਚ ਹੋਵੇ। ਪ੍ਰਧਾਨ ਦਾ ਫਰਜ਼ ਹੁੰਦਾ ਹੈ ਕਿ ਮਹਾਰਾਜ ਦੇ ਜਦੋਂ ਅੰਮ੍ਰਿਤ ਵੇਲੇ ਸਵਾਰੀ ਆਵੇ ਤੇ ਉਸ ਤੋਂ ਪਹਿਲਾਂ ਉਹ ਮੁੱਖ ਸੇਵਾਦਾਰ ਉੱਥੇ ਪ੍ਰੈਜੈਂਟ ਹੋਵੇ, ਕਿਉਂਕਿ ਸੇਵਾ ਕਰਨੀ ਹੈ ਨਾ। ਪ੍ਰਧਾਨਗੀ ਕੋਈ ਅਹੁਦੇ ਦਾ ਨਾਮ ਨਹੀਂ ਹੈ, ਪ੍ਰਧਾਨਗੀ ਇਹ ਉੱਚ ਸੇਵਾ ਕਰਨ ਦਾ ਨਾਮ ਹੈ। ਤਾਂ ਮਹਾਰਾਜ ਕਹਿੰਦੇ ਨੇ ਕਿ ਉਹ ਪੰਚ ਪ੍ਰਵਾਨ ਹੋ ਜਾਂਦੇ ਨੇ, ਉਹ ਮੁਖੀ ਪ੍ਰਵਾਨ ਹੋ ਜਾਂਦੇ ਨੇ, ਉਹ ਪ੍ਰਧਾਨ ਭਾਵ ਉੱਤਮ ਜਨ ਮੰਨੇ ਜਾਂਦੇ ਨੇ। ਪੰਚੇ ਪਾਵਹਿ ਦਰਗਾਹ ਮਾਣ, ਉਹ ਦਰਗਾਹ ਦੇ ਵਿੱਚ ਮਾਣ ਪਾ ਲੈਂਦੇ ਨੇ, ਕਿਉਂਕਿ ਉਹਨੇ ਪਰਮਾਤਮਾ ਦੀ ਗੱਲ ਨੂੰ ਮੰਨ ਲਿਆ ਹੈ। ਇੱਥੇ ਅੱਖਰ ਆਇਆ ਦਰਗਾਹ। ਅਸੀਂ ਆਮ ਤੌਰ 'ਤੇ ਸੁਣਨ ਵਿੱਚ ਆਉਂਦੇ ਹਾਂ, ਅਸੀਂ ਵਿੱਚ ਉਚਾਰਨ ਕਰਨੇ ਹਾਂ ਦਰਗਹਿ। ਸਾਧ ਸੰਗਤ, ਇਹ ਜਿਹੜੇ ਹਾਹੇ ਨੂੰ ਸਿਹਾਰੀ ਹੈ, ਇਹ ਅਰਥਾਂ ਦਾ ਸੰਬੋਲਿਤ ਹੈ, ਅਰਥਾਂ ਨੂੰ ਦੱਸਦੀ ਹੈ। ਇਹਦਾ ਭਾਵ ਹੈ ਕਿ ਦਰਗਾਹ ਦੇ ਵਿੱਚ ਪੰਚੇ ਪਾਵਹਿ ਦਰਗਾਹ ਮਾਨ। ਅਸੀਂ ਦੇਖੋ ਹੁਣ ਕਈ ਵਾਰੀ ਇਹ ਪਾਰਸੀ ਦਾ ਵਰਡ ਹੈ, ਮੁਸਲਮਾਨ ਵੀਰ ਇਸ ਨੂੰ ਜ਼ਿਆਦਾ ਇਸ ਦੀ ਵਰਤੋਂ ਕਰਦੇ ਨੇ। ਕਦੀ ਤੁਹਾਨੂੰ ਮੁਸਲਮਾਨ ਵੀਰ ਮਿਲਣ, ਉਹਨਾਂ ਨੂੰ ਪੁੱਛੋ ਕਿੱਧਰ ਜਾ, ਜੇ ਮੈਂ ਫਲਾਣੇ ਦੀ ਦਰਗਾਹ ਜਾ ਰਿਹਾ, ਉਹ ਦਰਗੇ ਨਹੀਂ ਕਹਿੰਦੇ, ਅੱਖਰ ਦਰਗਾਹ ਹੀ ਹੈ। ਤੇ ਗੱਗੇ ਨੂੰ ਹਾਹਾ ਉੱਚਾ ਕਰਕੇ ਆਪਣਾ ਦਰਗਾਹ। ਤੋਂ ਮਹਾਰਾਜ ਇੱਥੇ ਕਹਿ ਰਹੇ ਨੇ ਕਿ ਪੰਚੇ ਪਾਵੇਂ ਦਰਗਾਹ ਮਾਨ, ਉਹ ਦਰਗਾਹ ਦੇ ਵਿੱਚ ਹੈ ਸਿਹਾਰੀ ਤੋਂ ਭਾਵ ਉਹ ਦਰਗਾਹ ਦੇ ਵਿੱਚ ਮਾਣ ਪ੍ਰਾਪਤ ਕਰਦੇ ਨੇ। ਪੰਚੇ ਸੋਹੇ ਦਰ ਰਾਜਾਨ, ਇੱਥੇ ਰਜ਼ਾਨ ਨਹੀਂ ਪੜਨਾ, ਰਾਜਾਨ। ਜਿਹੜੇ ਪਰਮਾਤਮਾ ਦੇ ਨਾਮ ਨੂੰ ਮੰਨ ਲੈਂਦੇ ਨੇ ਉਹ ਸਿਰਮੌਰ ਹੋ ਜਾਂਦੇ ਨੇ, ਉਹ ਫਿਰ ਰਾਜ ਦਰਬਾਰਾਂ ਦੇ ਵਿੱਚ ਵੀ ਸ਼ੋਭਾ ਪਾਉਂਦੇ ਨੇ। ਇੱਥੇ ਇਹ ਵੀ ਅਰਥ ਨੇ। ਤੇ ਇਹ ਵੀ ਕਹਿ ਲਓ ਉਸ ਪਰਮਾਤਮਾ ਜਿਹੜਾ ਸਭ ਤੋਂ ਵੱਡਾ ਰਾਜਾ ਹੈ, ਰਾਜਨ ਮੇ ਤੂੰ ਰਾਜਾ ਕਹੀਏ, ਭੂਮਨ ਮੇ ਭੂਮਾ, ਉਹਦੇ ਦਰ 'ਤੇ ਵੀ ਸ਼ੋਭਾ ਪਾਉਂਦੇ ਨੇ। ਰਹਿ ਦਰਗਹਿ ਕਹੈ ਨਾ ਕਹੂ, ਆਓ ਬੈਠ ਆਦਰ ਸ਼ੁਭ ਦੇਉ।
ਉਹ ਸੰਸਾਰ ਦੇ ਦੁਨਿਆਵੀ ਰਾਜਿਆਂ ਦੀ ਸਭਾ ਦੇ ਵਿੱਚ ਤੇ ਸ਼ੋਭਾ ਪਾਉਂਦੇ ਹੀ ਨੇ, ਉਸ ਪਰਮਾਤਮਾ ਦੀ ਦਰਗਾਹ ਦੇ ਵਿੱਚ ਵੀ ਉਹ ਸ਼ੋਭਨੀਕ ਹੋ ਜਾਂਦੇ ਨੇ। ਤੋ ਮਹਾਰਾਜ ਕਹਿੰਦੇ ਨੇ ਪੰਚਾਂ ਕਾ ਗੁਰ ਏਕ ਧਿਆਨ। ਪਰ ਉਹਨਾਂ ਦੀ ਖੂਬੀ ਪਤਾ ਕੀ ਹੈ? ਉਹਨਾਂ ਦੀ ਖੂਬੀ ਹੈ, ਉਹਨਾਂ ਦਾ ਧਿਆਨ ਇੱਕ ਤਰਫ ਹੁੰਦਾ ਹੈ, ਇੱਕ ਪਰਮਾਤਮਾ ਤੋਂ ਇਲਾਵਾ ਕਿਸੇ ਨੂੰ ਨਹੀਂ ਦੇਖਦੇ। ਤੁਮੇ ਛਾੜ ਕੋਈ ਅਵਰ ਨਾ ਧਿਆਉ, ਉਹ ਪਰਮਾਤਮਾ ਤੋਂ ਇਲਾਵਾ ਕਿਸੇ ਨੂੰ ਨਹੀਂ। ਪੜ੍ਹਨੇ ਆ ਨਾ, ਪਾਏ ਗਹੇ ਜਬ ਤੇ ਤੁਮਰੇ ਤਬ ਤੇ ਕਉ ਆਂਖ ਤਰੇ ਨਹੀਂ ਆਨਿਓ, ਰਾਮ ਰਹੀਮ ਪੁਰਾਨ ਕੁਰਾਨ ਅਨੇਕ ਕਹਿ ਮਤ ਏਕ ਨਾ ਮਾਨਿਓ, ਸਿਮਰਤ ਸ਼ਾਸਤਰ ਬੇ ਸਭੈ ਬੋ ਭੇਦ ਕੇ ਹਮ ਏਕ ਨਾ ਜਾਣਿਓ। ਇਹ ਅਵਸਥਾ ਹੈ। ਸੀਰੀਅਸ ਪਾਨ ਕਿਰਪਾ ਤੁਮਰੀ ਕਰ ਮੈਂ ਨਾ ਕਹਿਓ ਸਭ ਤੋਏ ਬਖਾਨਿਓ। ਮਹਾਰਾਜ ਕਹਿੰਦੇ ਮੈਂ ਨਹੀਂ ਕਹਿ ਰਿਹਾ, ਮੈਂ ਕਿਸੇ ਨੂੰ ਨਹੀਂ ਮੰਨਦਾ, ਮੈਂ ਇੱਕ ਰੱਬ ਤੋਂ ਇਲਾਵਾ ਕਿਸੇ ਨੂੰ ਨਹੀਂ ਮੰਨਦਾ। ਇਹ ਜੋ ਮੈਂ ਕਹਿ ਰਿਹਾ ਨਾ, ਉਹ ਮੇਰੇ ਕੋਲ ਬੁਲਵਾ ਰਿਹਾ ਤੇ ਮੈਂ ਕਹਿ ਰਿਹਾ ਵਾਂ। ਇੱਕ ਦੇ ਉੱਤੇ ਧਿਆਨ ਰੱਖਣਾ। ਇੱਕ ਤੋਂ ਇਲਾਵਾ ਤੁਸੀਂ ਬ੍ਰਹਮ ਗਿਆਨ ਦੀ ਅਵਸਥਾ ਪੜ੍ਹਦੇ ਹੋ ਤੇ ਉਹਦੀ ਇਹੀ ਅਵਸਥਾ ਹੈ, ਮਨ ਸਾਚਾ ਮੁਖ ਸਾਚਾ ਸੋਏ ਅਵਰ ਨਾ ਪੇਕੈ ਏਕਸ ਬਿਨ ਕੋਏ। ਇੱਕ ਤੋਂ ਇਲਾਵਾ ਉਹ ਕਿਸੇ ਵੱਲ ਧਿਆਨ ਨਹੀਂ ਦਿੰਦਾ। ਦੇਖੋ, ਜਿੰਨਿਆਂ ਨੂੰ ਅਸੀਂ ਆਪਣੇ ਪਰਮਾਤਮਾ ਬਣਾ ਲਾਂਗੇ ਨਾ, ਓਨਾ ਹੀ ਅਸੀਂ ਦੁਖੀ ਹੋਵਾਂਗੇ। ਜੇ ਅਸੀਂ ਇੱਕ ਦੇ ਬਣ ਜਾਵਾਂਗੇ, ਸਾਹਿਬ ਮੇਰਾ ਇੱਕੋ ਹੈ ਭਾਈ ਇੱਕੋ ਹੈ। ਸਾਡੀ ਪਤਾ ਕੀ ਹਾਲਤ ਹੈ? ਜਿੰਨੇ ਲਾਈ ਗੱਲੀ ਉਸ ਨਾਲ ਉੱਠ ਚੱਲੀ। ਬਈ ਜਿਹਨੇ ਸਾਨੂੰ ਕਿਹਾ ਅਸੀਂ ਉਹਦੇ ਨਾਲ ਚੱਲ ਪਿਆ। ਚਲੋ ਬਈ ਫਲਾਣੀ ਦਰਗਾਹ ਤੇ ਚੱਲੀਏ, ਫਲਾਣੇ ਬਾਬੇ ਕੋਲ ਚੱਲੀਏ। ਅਸੀਂ ਇੱਕ ਮਿੰਟ ਨਹੀਂ ਲਾਉਂਦੇ, ਚੱਲ ਪੈਂਦੇ ਹਾਂ, ਕਿਉਂਕਿ ਅਸੀਂ ਅੰਦਰੋਂ ਦੁਖੀ ਹਾਂ। ਅਸੀਂ ਪਰਿਵਾਰਿਕ ਮਾਇਕ ਪਦਾਰਥਾਂ ਕਰਕੇ ਦੁਖੀ ਹਾਂ। ਸਾਨੂੰ ਜਿਹੜਾ ਕੋਈ ਗੱਲ ਆਉਂਦਾ ਅਸੀਂ ਚੱਲ ਪੈਂਦੇ ਹਾਂ। ਚੰਗਾ ਇਹ ਹੁੰਦਾ ਕਿ ਭਾਈ ਤੂੰ ਰਹਿਣ ਦੇ, ਮੈਂ ਗੁਰੂ ਗ੍ਰੰਥ ਸਾਹਿਬ ਦੀ ਓਟ ਆਸਰਾ ਤੋਂ ਇਲਾਵਾ ਕਿਸੇ ਹੋਰਦਾਰ ਨੂੰ ਨਹੀਂ ਦੇਖਦਾ। ਮੈਂ ਸਤਿਕਾਰ ਕਰਨਾ ਵਾ, ਪਰ ਮੈਂ ਸਿਰਫ ਪੰਚਾਂ ਕਾ ਗੁਰ ਏਕ ਧਿਆਨ, ਮੇਰਾ ਧਿਆਨ ਸਿਰਫ ਇੱਕ ਪਰਮਾਤਮਾ ਵੱਲ ਹੈ, ਹੋਰ ਕੋਈ ਨਹੀਂ। ਤਾਂ ਮੁਖੀ ਤੋਂ ਭਾਵ ਇਹ ਵੇ, ਮੁਖੀ ਗੁਣਾ ਕਰਕੇ ਮੁਖੀ ਹੈ। ਮੁਖੀ ਕੋਈ ਇਹ ਨਹੀਂ ਕਿ ਜਿਹਦੇ ਕੋਲ ਜ਼ਿਆਦਾ ਮਾਇਆ ਹੈ ਉਹਨੂੰ ਮੁਖੀ ਬਣਾ ਦਿਓ, ਨਹੀਂ। ਮੁਖੀ ਉਹ ਗੁਣਾ ਕਰਕੇ ਵੇ, ਕਿਉਂਕਿ ਉਹ ਮੁਖੀ ਤਾਂ ਵੇ, ਉਹਦਾ ਧਿਆਨ ਇੱਕ ਤਰਫ ਹੈ ਤੇ ਉਹ ਪਰਮਾਤਮਾ ਦੀ ਦਰਗਾਹ ਦੇ ਵਿੱਚ ਫਿਰ ਮਾਨ ਵੀ ਪਾਉਂਦਾ ਹੈ। ਤੋ ਮਹਾਰਾਜ ਕਹਿੰਦੇ ਨੇ ਜੇ ਕੋ ਕਹੈ ਕਰੇ ਵੀ, ਕਈ ਅੱਖਰਾਂ ਦਾ ਨਾ ਅਸੀਂ ਥੋੜ੍ਹਾ ਜਿਹਾ ਧਿਆਨ ਰੱਖੀਏ, ਦੁਲਾਵਾਂ ਲੱਗੀਆਂ ਨੇ ਕਹੇ ਤੇ, ਕਈ ਕਹੇ ਪੜ੍ਹਦੇ ਨੇ। ਇਹ ਹੁਣ ਜਿੰਨਾ ਅਸੀਂ ਆਨੰਦ ਸਾਹਿਬ ਪੜ੍ਹ ਕੇ ਆਏ ਹਾਂ, ਜਿੰਨੀ ਵਾਰੀ ਵੀ ਕਹੈ ਨਾਨਕ ਆਇਆ, ਕਹੇ ਨਾਨਕ ਨਹੀਂ ਹੈ। ਉਚਾਰਨ ਵਿੱਚ ਚਲਦੇ ਪਾਠ ਵਿੱਚ ਅਸੀਂ ਕਹਿ ਨਹੀਂ ਸਕਦੇ। ਪਰ ਇੱਕ ਮੇਰੀ ਵੀਰ ਭੈਣ ਜੋ ਵੀ ਇਸ ਨੂੰ ਸੁਣ ਰਹੇ ਨੇ, ਸਾਰੇ ਆਨੰਦ ਸਾਹਿਬ ਵਿੱਚ ਤੁਸੀਂ ਦਰਸ਼ਨ ਕਰੋ, ਕਹੈ ਨਾਨਕ ਹੈ। ਲਾਵਾਂ ਨਹੀਂ ਲੱਗੀ, ਲਾ ਨਹੀਂ ਲੱਗੀ, ਦੁਲਾਵਾਂ ਲੱਗੀਆਂ ਨੇ, ਕਹੈ। ਤੋ ਮਹਾਰਾਜ ਤੇ ਕਹਿ ਰਹੇ ਨੇ ਜੇ ਕੋ ਕਹੈ ਕਰੈ ਵਿਚਾਰ। ਜੇ ਕੋਈ ਉਸ ਪਰਮਾਤਮਾ ਦੇ ਬਾਰੇ ਕੋਈ ਵਿਚਾਰ ਕਰਦਾ ਹੈ, ਕਹਿੰਦਾ ਹੈ ਕਿ ਉਹ ਪਰਮਾਤਮਾ ਕਿੰਨਾ ਵੱਡਾ ਹੈ, ਕੋਈ ਵਿਚਾਰ ਕਰਦਾ ਹੀ ਹੈ, ਤਾਂ ਮਹਾਰਾਜ ਕਹਿੰਦੇ ਨੇ ਕਰਤੇ ਕੈ ਕਰਣੈ ਨਾਹੀ ਸੁਮਾਰ। ਉਸ ਕਰਤੇ ਦੀਆਂ ਕਰਨੀਆਂ, ਉਹਦੇ ਕਾਰਜ, ਉਹਦੇ ਕੰਮ, ਨਾਹੀ ਸੁਮਾਰ। ਸੁਮਾਰ ਭਾਵ ਉਹਦੀ ਕੋਈ ਗਿਣਤੀ ਨੂੰ ਦੱਸ ਨਹੀਂ ਸਕਦਾ। ਕਈ ਵਾਰੀ ਬੰਦਾ ਗਿਣਤੀ ਕਰ ਰਿਹਾ ਹੁੰਦਾ ਨਾ, 1 2 3, ਸੁਮਾਰ ਨੰਬਰ ਲਾਉਂਦਾ, ਸੁਮਾਰ ਨੰਬਰ। ਤੇ ਜਿਹੜਾ ਨੰਬਰ ਤੋਂ ਜ਼ਿਆਦਾ ਅੱਗੇ ਵੱਜ ਜਾਂਦਾ ਉਹਨੂੰ ਬੇਸ਼ੁਮਾਰ ਵੀ ਕਹਿੰਦੇ ਆ ਨਾ, ਬੇਸ਼ੁਮਾਰ ਬੇਅੰਤ ਸੁਆਮੀ, ਜਿਹਦੀ ਗਿਣਤੀ ਕੋਈ ਨਹੀਂ, ਉਹ ਬੇਸ਼ੁਮਾਰ ਹੈ। ਤੋ ਮਹਾਰਾਜ ਇੱਥੇ ਕਹਿੰਦੇ ਨੇ ਜੇ ਕੋਈ ਵਿਚਾਰ ਕਰਨਾ ਚਾਹਵੇ, ਕੋਈ ਕਰੇ ਉਸ ਪਰਮਾਤਮਾ ਦੇ ਬਾਰੇ, ਤੇ ਕਰਤੇ ਕੇ ਕਰਨਾ, ਕਰਤੇ ਦੇ ਜਿਹੜੀਆਂ ਕਰਨੀਆਂ ਨੇ, ਕਰਤੇ ਦੀਆਂ ਕੰਮ ਨੇ ਜਿਹੜੇ ਸਿਰਜਣਹਾਰ ਦੇ, ਨਾ ਹੀ ਸੁਮਾਰ, ਉਹਨੂੰ ਕੋਈ ਗਿਣਤੀ ਨਹੀਂ ਦੱਸ ਸਕਦਾ। ਅਸੀਂ ਦੱਸ ਸਕਦੇ ਹਾਂ ਪਰਮਾਤਮਾ ਦੀਆਂ ਕੰਮ ਕਾਰਜ ਕਿੰਨੇ ਨੇ। ਅਸੀਂ ਆਪਣੇ ਕੀਤੇ ਕਾਰਜਾਂ ਵੀ ਤਾਂ ਸਾਨੂੰ ਨਹੀਂ ਪਤਾ ਹੁੰਦਾ, ਤੇ ਪਰਮਾਤਮਾ ਜਿਹੜੀਆਂ ਕੋਟ ਬ੍ਰਹਮੰਡ ਕੋ ਠਾਕੁਰ ਸੁਆਮੀ ਸਰਬ ਜੀਆਂ ਕਾ ਦਾਤਾ ਰੇ, ਉਹ ਉਸ ਸਾਰੀ ਸ੍ਰਿਸ਼ਟੀਆਂ ਨੂੰ ਪਾਲ ਰਿਹਾ ਹੈ, ਉਹਦੀਆਂ ਕਰਨੀਆਂ ਨੂੰ ਅਸੀਂ ਨਹੀਂ ਦੱਸ ਸਕਦੇ। ਤੋ ਮਹਾਰਾਜ ਕਹਿੰਦੇ ਨੇ ਧੋਲ ਧਰਮ ਦਇਆ ਕਾ ਪੂਤ। ਇੱਕ ਸਾਡੇ ਵਿੱਚ ਇੱਕ ਮਨੋਤ, ਇੱਕ
ਹਿੰਦੂ ਧਰਮ ਵਿੱਚ, ਸਨਾਤਨ ਧਰਮ ਵਿੱਚ ਇੱਕ ਮਿਥਿਹਾਸ ਲਿਖਿਆ ਹੋਇਆ ਹੈ। ਅੱਜ ਵੀ ਪਿੰਡਾਂ 'ਚ ਕਈ ਚਲੀ ਜਾਓ ਨਾ, ਕਈ ਵਾਰੀ ਕਿੱਥੇ ਕਈ ਵਾਰੀ ਜਾਣ ਦਾ ਮੌਕਾ ਮਿਲਦਾ ਹੈ, ਤੇ ਉਹਨਾਂ ਦੇ ਅਕਸਰ ਰਸਨਾ ਤੇ ਪਤਾ ਕੀ ਹੁੰਦਾ ਹੈ, ਜੇ ਕੋਈ ਹਨੇਰੀ ਚੱਲੇ ਨਾ ਤੇ ਉਹ ਜਿਹੜੀਆਂ ਬਜ਼ੁਰਗ ਹੁੰਦੇ ਨੇ ਨਾ, ਉਹ ਕਹਿੰਦੇ ਨੇ ਜੀ ਜਿਹੜਾ ਬਲਦ ਹੈ ਨਾ, ਧੋਲ ਹੈ, ਪੈਂਸਾ ਕਹਿ ਲਓ, ਇਹਨੇ ਨਾ ਸਿੰਘ ਬਦਲਿਆ ਤੇ ਤਾਂ ਇਹ ਹਨੇਰੀ ਹੋਈ ਹੈ। ਤੋ ਮਹਾਰਾਜ ਕਹਿੰਦੇ ਨੇ ਕੋਈ ਧੋਲ ਨਹੀਂ ਹੈ। ਇੱਥੇ ਥੋੜਾ ਜਿਹਾ ਮਿਥਿਹਾਸ ਹੈ ਜੋ ਅਸੀਂ ਸੁਣਦੇ ਆ ਰਹੇ ਕਿ ਧਰਤੀ ਨੂੰ ਸਾਰੇ ਨੂੰ ਇੱਕ ਬਲਦ ਦੇ ਸਿੰਘ ਤੇ ਟਿੱਕੀ ਹੋਈ ਹੈ। ਤੋ ਮਹਾਰਾਜ ਇਸ ਗੱਲ ਦਾ ਖੁਲਾਸਾ ਕਰ ਰਹੇ ਨੇ ਇੱਥੇ। ਇਹ ਅੱਗੇ ਚੱਲ ਕੇ ਸਾਰੀ ਇਹੀ ਗੱਲ ਕਰਨਗੇ। ਮਹਾਰਾਜ ਕਹਿੰਦੇ ਨੇ ਧੋਲ ਧਰਮ ਦਇਆ ਕਾ ਪੂਤ। ਦੇਖੋ ਇਹਨੂੰ ਬੜੇ ਧਿਆਨ ਨਾਲ ਸਰਵਣ ਕਰੋ। ਵਿਸ਼ਾ ਥੋੜਾ ਗੰਭੀਰ ਹੋ ਜਾਂਦਾ ਕਈ ਵਾਰੀ, ਮੈਂ ਉਹਨੂੰ ਥੋੜਾ ਜਿਹਾ ਈਜ਼ੀ ਚਾਹਨਾ। ਧੋਲ, ਧੋਲ ਕੀ ਹੈ? ਮਹਾਰਾਜ ਕਹਿੰਦੇ ਧੋਲ ਹੈ ਧਰਮ। ਧਰਮ, ਧੋਲ ਕੋਈ ਬਲਦ ਨਹੀਂ ਜੇ, ਬਲਦ ਹੈ ਜਿਹੜਾ ਉਹ ਧਰਮ ਹੈ। ਇਹ ਧਰਮ ਦੇ ਸਾਰੇ ਧਰਤੀ ਟਿਕੀ ਪਈ ਹੈ। ਧਰਮ ਕੀ ਹੈ? ਧਰਮ ਨੇ ਸਾਡੀ ਡਿਊਟੀਜ਼, ਫਰਜ਼, ਨਿਯਮ, ਕਾਨੂੰਨ ਕਹਿ ਲਓ, ਧਰਮ ਦੀ ਬੜੀਆਂ ਡਿਊਟੀਆਂ ਨੇ। ਇਹ ਧਰਮ ਹੈ। ਮਾਤਾ ਦਾ ਧਰਮ ਹੈ, ਪਿਤਾ ਦਾ ਧਰਮ ਹੈ, ਪਿਓ ਬੱਚੇ ਦਾ ਧਰਮ ਹੈ। ਜੇ ਕੋਈ ਆਪਣੇ ਧਰਮ ਤੋਂ ਉਲੰਘਣਾ ਕਰਦਾ ਹੈ ਤੇ ਕਿੰਨਾ ਕਹਿਰ ਪੈਂਦਾ ਹੈ। ਜੇ ਇਹ ਸਾਰੇ ਰਿਸ਼ਤੇ ਬਣੇ ਨੇ, ਕੋਈ ਰਿਸ਼ਤਿਆਂ ਵਿੱਚ ਉਸ ਧਰਮ ਦੀ ਮਰਿਆਦਾ ਨੂੰ ਤੋੜ ਦਿੰਦਾ ਹੈ, ਪਿਓ ਧੀ ਦੇ ਧਰਮ ਹੈ, ਇਹ ਸਾਰਾ ਸਾਡੇ ਕੋਲ ਧਰਮ ਹੈ। ਸਭ ਆਪਣੇ ਆਪਣੇ ਧਰਮ ਨਿਭਾ ਰਹੇ ਨੇ। ਜਦੋਂ ਕੋਈ ਧਰਮ ਤੋਂ ਪਾਸੇ ਹੁੰਦਾ ਹੈ ਤੇ ਉਦੋਂ ਕਹਿਰ ਮਚਦਾ ਹੈ। ਮਹਾਰਾਜ ਕਹਿੰਦੇ ਨੇ ਇਹ ਜਿਹੜੀ ਧਰਤੀ ਹੈ ਨਾ ਸਾਰੀ, ਇਹ ਧੋਲ ਤੇ ਨਹੀਂ, ਇਹ ਧਰਮ ਤੇ ਟਿਕੀ ਹੋਈ ਹੈ। ਇਹ ਧਰਮ ਨੇ ਹੀ ਸਾਰੀ ਧਰਤੀ ਨੂੰ ਟਿਕਾ ਰੱਖਿਆ। ਤੇ ਧਰਮ ਕੀ ਹੈ? ਧਰਮ ਹੈ ਦਇਆ ਕਾ ਪੂਤ। ਦਇਆ ਇਹਦੀ ਮਾਂ ਹੈ। ਮਾਂ ਦਾ ਪੁੱਤਰ ਧਰਮ ਹੈ। ਮਾਂ ਨੇ ਜਨਮ ਜਦੋਂ ਦਿੱਤਾ ਨਾ ਦਇਆ ਨੇ, ਉਹਦੇ ਘਰ ਪੁੱਤਰ ਜਿਹੜਾ ਪੈਦਾ ਹੋਇਆ ਉਹ ਧਰਮ ਹੋਇਆ, ਜਿਹਦੇ ਸਾਰੇ ਧਰਤੀ ਟਿਕੀ ਪਈ ਹੈ। ਦੇਖੋ ਹੋਰ ਸੌਖਾ ਲੈ ਲਈਏ, ਜਦੋਂ ਤੁਸੀਂ ਅੰਮ੍ਰਿਤ ਪਾਨ ਕਰਦੇ ਹੋ, ਪੰਜ ਪਿਆਰੇ ਸਾਨੂੰ ਅੰਮ੍ਰਿਤ ਪਾਨ ਕਰਵਾਉਂਦੇ ਨੇ ਨਾ, ਇਹ ਜਿਹੜੇ ਨਾਮ ਨਹੀਂ ਨੇ, ਜਿਹੜੇ ਪੰਜ ਪਿਆਰੇ ਆਏ ਸਨ ਵੱਖ-ਵੱਖ ਹਿੰਦੁਸਤਾਨ ਦੀ ਜਗ੍ਹਾ ਤੋਂ, ਕੋਈ ਹਸਨਾਪੁਰ ਤੋਂ ਆਇਆ, ਕੋਈ ਬਿੱਦਰ ਤੋਂ ਆਇਆ, ਕੋਈ ਲਾਹੌਰ ਤੋਂ ਆਇਆ, ਕੋਈ ਜਗਨਨਾਥਪੁਰੀ ਤੋਂ ਆਇਆ, ਆਏ ਨਾ ਵੱਖਰੇ ਵੱਖਰੇ ਵੱਖ-ਵੱਖ ਜਾਤੀਆਂ ਦੇ ਸਨ। ਇਹਨਾਂ ਦੇ ਨਾਮ ਦੇ ਨਾਲ ਨਹੀਂ, ਇਹ ਗੁਣਾਂ ਦੇ ਨਾਲ ਜੁੜੇ ਹੋਏ ਨੇ, ਗੁਣ ਨੇ। ਮਹਾਰਾਜ ਨੇ ਦੇਖੋ ਪਹਿਲਾ ਪਿਆਰਾ ਜਿਹੜਾ ਉੱਠਿਆ ਉਹ ਭਾਈ ਦਇਆ ਰਾਮ ਜੀ। ਦਇਆ ਹੋਏਗੀ ਤੇ ਧਰਮ ਚੱਲੇਗਾ। ਦੇਖੋ ਮਾਂ ਹੋਏਗੀ ਤੇ ਪੁੱਤਰ ਤਾਂ ਹੀ ਹੋਏਗਾ ਨਾ। ਤੇ ਜੇ ਮਹਾਰਾਜ ਨੇ ਕਿਹਾ ਮੈਂ ਸਿੱਖ ਅੰਮ੍ਰਿਤ ਪਾਨ ਕਰੇਗਾ ਤੇ ਉਹਨੂੰ ਸਭ ਤੋਂ ਪਹਿਲਾਂ ਉਹਦੇ ਅੰਦਰ ਦਇਆ ਹੋਣੀ ਜ਼ਰੂਰੀ ਹੈ। ਦੇਖੋ ਕਾਇਰਤਾ ਬੰਦੇ ਦੇ ਅੰਦਰ ਤਾਂ ਆਉਂਦੀ ਹੈ ਜਦੋਂ ਦਇਆ ਮੁੱਕ ਜਾਂਦੀ ਹੈ। ਕੋਈ ਮਰਡਰ ਕਿਉਂ ਕਰੇਗਾ, ਕਿਸੇ ਦਾ ਹੱਕ ਕਿਉਂ ਖਾਏ? ਕਿਉਂਕਿ ਅੰਦਰੋਂ ਦਇਆ ਮੁੱਕ ਗਈ। ਗੁਰੂ ਸਾਹਿਬ ਕਹਿੰਦੇ ਨੇ ਮੈਂ ਆਪਣੇ ਸਿੱਖ ਦੇ ਅੰਦਰ ਦਇਆ ਭਰਾਂਗਾ। ਦਇਆ ਹੋਏਗੀ ਤੇ ਧਰਮ ਹੋਏਗਾ। ਦੁਨੀਆ ਦੇ ਧਰਮ ਕਰਕੇ ਦਇਆ ਮੰਗਦੇ ਨੇ ਨਾ, ਗੁਰੂ ਸਾਹਿਬ ਕਹਿੰਦੇ ਨਹੀਂ, ਮੈਂ ਸਿੱਖ ਦੇ ਅੰਦਰ ਪਹਿਲਾਂ ਦਇਆ ਆਏਗੀ। ਦਇਆ ਹੋਣੀ ਚਾਹੀਦੀ ਹੈ। ਦਇਆ ਹੋਏਗੀ ਤੇ ਧਰਮ ਹੋਏਗਾ। ਧਰਮ ਹੋਏਗੀ ਤੇ ਹਿੰਮਤ ਆਏਗੀ। ਦੇਖੋ ਇਹ ਸਾਰੀ ਸਿਮਟਰੀ ਹੈ। ਇਹ ਅਸੀਂ ਕਿਸੇ ਦੇ ਘਰਾਂ 'ਚ ਜਾਈਦਾ ਨਾ, ਤੇ ਮੈਂ ਬੱਚੇ ਬੈਠੇ, ਮੈਂ ਪੁੱਛ ਸਭ ਤੋਂ ਪਹਿਲਾਂ ਪੰਜ ਪਿਆਰਿਆਂ ਦਾ ਨਾਮ ਪੁੱਛਣਾ, ਉਹ ਐ ਕਰਨ ਲੱਗ ਪੈਂਦੇ ਨੇ ਬੱਚੇ, ਨਹੀਂ ਪਤਾ ਹੀ ਨਹੀਂ ਹੈ ਸਾਨੂੰ, ਕੋਈ ਨਾਮ ਵੀ ਤਰਤੀਬ ਨਾਲ ਨਹੀਂ ਦੱਸਦੇ। ਉਹ ਇੱਥੋਂ ਤੱਕ ਕਿ ਮਾਤਾ ਕੋਲੋਂ ਵੀ ਉਹਨਾਂ ਕੋਲ ਪੁੱਛ ਲੈਣ, ਉਹ ਕਹਿੰਦੇ ਦਰਅਸਲ ਸਾਨੂੰ ਵੀ ਨਹੀਂ ਪਤਾ ਜੇ। ਤੇ ਬੜੇ ਅਸੀਂ ਸ਼ਰਮਸਾਰ ਹੁੰਦੇ ਹਾਂ ਕਿ ਮਾਤਾਵਾਂ ਨੂੰ ਵੀ ਨਹੀਂ ਪਤਾ, ਤੇ ਉਹ ਕੀ ਅੱਗੇ ਚੱਲੇਗੀ ਗੱਲ। ਤਾਂ ਧਰਮ ਤੋਂ ਫਿਰ ਹਿੰਮਤ ਆਏਗੀ। ਹਿੰਮਤ ਤੋਂ ਮੋਹਕਮ ਹੋਏਗਾ। ਮੋਹਕਮ ਕੀ ਹੈ? ਕਨਫਰਮ ਮਾਈਂਡ, ਦ੍ਰਿੜ ਇਰਾਦਾ। ਧਰਮ ਦੇ ਪ੍ਰਤੀ ਪਹਿਲਾਂ ਦਇਆ ਹੋਏਗੀ, ਦਇਆ ਹੋਏਗੀ ਧਰਮ ਆਏਗਾ, ਧਰਮ ਹੋਏਗੀ ਹਿੰਮਤ ਆਏਗੀ, ਹਿੰਮਤ ਹੋਏਗੀ ਤੇ ਦ੍ਰਿੜ ਇਰਾਦਾ ਬਣੇਗਾ। ਜਦੋਂ ਦ੍ਰਿੜ ਇਰਾਦਾ ਬਣੇਗਾ ਤੇ ਬੰਦਾ ਸਾਹਿਬ ਬਣੇਗਾ, ਸਿਰਮੌਰ, ਮਾਲਕ।
महाराज सानू साहिबी देना चाहते ने, तू साहिब मैं उसका चेहरा। देखो कोई है गुरु ऐसा ਜਿਹੜੇ ਚੇਲੇ ਨੂੰ ਸਾਹਿਬੀ ਦੇ ਰਿਹਾ ਹੋਵੇ? ਵਾਹ ਵਾਹ ਗੋਬਿੰਦ ਸਿੰਘ ਆਪੇ ਗੁਰ ਚੇਲਾ। ਸਾਨੂੰ ਸਾਹਿਬੀ ਦੇਣਾ ਚਾਹੁੰਦੇ ਨੇ ਮਹਾਰਾਜ, ਤੇ ਇਸ ਕਰਕੇ ਮਹਾਰਾਜ ਕਹਿੰਦੇ ਨੇ ਨਾਮਾਂ ਦੇ ਨਾਲ ਬੜਾ, ਇਹ ਅਜੀਤ ਸਿੰਘ, ਜੁਝਾਰ ਸਿੰਘ, ਜੋਰਾਵਰ ਸਿੰਘ, ਫਤਿਹ ਸਿੰਘ, ਅਜੀਤ, ਜਿਹਨੂੰ ਕੋਈ ਜਿੱਤ ਨਾ ਸਕੇ। ਨਾਮ ਕਾ ਅਜੀਤ ਹੂੰ, जीता नहीं जाऊंगा, जीता तो खैर, हार के जीता नहीं आऊंगा। ਇਹ ਨਾਮ ਦਾ ਵੀ ਅਜੀਤ ਹੈ। ਮਹਾਰਾਜ ਨੇ ਜਦੋਂ ਭੰਗਾਣੀ ਦਾ ਯੁੱਧ ਜਿੱਤ ਕੇ ਨਾਮ ਰੱਖਿਆ ਸੀ ਨਾ ਅਜੀਤ, ਇਹਦੇ ਵਿੱਚ ਵੀ ਪਿੱਛੇ ਕਾਰਨ ਸੀ ਕਿ ਉਹ ਕਹਿੰਦੇ ਸੀ ਅਜੀਤ ਸਿੰਘ ਜੀ, ਨਾਮ ਕਾ ਮੈਂ ਅਜੀਤ ਹੂੰ, ਜੀਤਾ ਨਹੀਂ ਜਾਊਂਗਾ। ਮੈਂ ਨਾਮ ਦਾ ਅਜੀਤ ਹਾਂ, ਕਿਸੇ ਕੋਲੋਂ ਜਿੱਤਿਆ ਨਹੀਂ ਜਾਵਾਂਗਾ ਮੈਂ। ਜੇ ਮੈਂ ਜਿੱਤ ਵੀ ਗਿਆ, ਹਾਰ ਕੇ जीता नहीं आऊंगा, मैं हार के जिंदा वापस नहीं आवांगा। जिदे कोल ओ अजीत, जिदे अंदर जुझारूपन होएगा, जिदे जोरावर ताकत होएगी तो फतेह होएगी। तो गुरु साहब इत्थे इस तरह का ख्याल दे रहे ने कि धोल धर्म, धोल जिहड़ा बलद है, कोई बलद नहीं है, किसी धरती दे नूं किसी ने नहीं चुकिया। एक धर्म दे नाल धरती टिकी हुई है, ते धर्म की है? वो दया दा पुत्र है। ते महाराज कहंदे ने संतोख थाप रखिया जिन सूत, इनू सारे ने ना संतोख दे सूत दे विच बन्नी हुई है। सूत की हुंदा है? सौखा कर लीए, जिस तरह मिस्त्री, राज मिस्त्री दीवार की चिनाई करता है ना, एक तरफ ते सूत बंदा है ਤੇ ਦੂਜੀ ਤਰਫ ਬੰਦਾ ਹੈ, ਤਾਂ ਕਿ ਉਹ ਫਿਰ ਉਸ ਰੇਉਣ ਦੇ ਵਿੱਚ ਉਹ ਇੱਟਾਂ ਲਗਾਉਂਦਾ ਹੈ ਉਸ ਲੈਵਲ ਤੇ। ਸੂਤ ਕੀ ਉਹ ਪਰੋ ਦਿੰਦਾ ਹੈ। ਤੇ ਧਰਮ ਜਦੋਂ ਦਇਆ ਦਾ ਪੁੱਤਰ ਹੈ, ਇਹ ਧਰਤੀ, ਇਹ ਜਿਹੜਾ ਸੰਤੋਖ ਦੇ ਨਾਲ ਇਹ ਪਰੋਈ ਹੋਈ ਹੈ। ਦੇਖੋ ਇਹ ਸਾਰੇ ਪੁਆੜੇ ਝਗੜੇ ਕਿਉਂ ਹੁੰਦੇ ਨੇ? ਜਦੋਂ ਸੰਤੋਖ ਜੀਵਨ ਵਿੱਚੋਂ ਨਿਕਲ ਜਾਂਦਾ ਹੈ, ਫਿਰ ਹੋੜ ਹੁੰਦੀ ਹੈ ਕਿ ਹੋਰ ਆ ਜਾਵੇ। ਜਿੱਦੇ ਮਹਾਰਾਜ ਨੇ ਕਿਹਾ ਸੈਸ ਕਟੇ ਲੱਕ ਕੋਠ ਧਾਵੇ। ਜਦੋਂ ਸੰਤੋਖ ਮੁੱਕਦਾ ਨਾ, ਇਹ ਸਾਰੇ ਸਿਆਪੇ ਹੀ ਕਹਿ ਲਓ, ਪੁਆੜੇ ਕਹਿ ਲਓ, ਇਹ ਸਾਰੇ ਉਦੋਂ ਹੀ ਸ਼ੁਰੂ ਹੁੰਦੇ ਨੇ। ਮਹਾਰਾਜ ਕਹਿੰਦੇ ਨਾ, ਕੋਟ ਜੋੜੇ ਲੱਖ ਕਰੋੜੇ ਮਨ ਨਾ ਹੋਰੇ। ਜਦੋਂ ਬੰਦਾ ਸੰਤੋਖ ਤੋਂ ਪਾਸੇ ਹੋ ਜਾਂਦਾ ਹੈ, ਕਿਉਂਕਿ ਸੰਤੋਖ ਆਣਾ ਕੀਤਾ, ਬਿਨਾਂ ਸੰਤੋਖ ਨਹੀਂ ਕਉ ਰਾਜੈ, ਸੁਪਨ ਮਨੋਰਥ ਬਿਰਤੇ ਸਭ ਕਾਜੈ। ਰੱਜਣ ਤੋਂ ਬਿਨਾ, ਪਰਮਾਤਮਾ ਦੇ ਨਾਮ ਤੋਂ ਬਿਨਾ ਨਹੀਂ ਕੋਈ ਰੱਜ ਸਕਿਆ। ਤੋ ਮਹਾਰਾਜ ਕਹਿੰਦੇ ਨੇ ਇਸ ਧਰਤੀ ਨੂੰ ਸੰਤੋਖ ਨੇ ਦੇ ਸੂਤਰ ਦੇ ਵਿੱਚ ਇਸ ਨੂੰ ਕਾਇਮ ਕੀਤਾ ਹੋਇਆ ਹੈ। ਪਰ ਅੱਗੋਂ ਕੀ ਹੈ? ਮਹਾਰਾਜ ਕਹਿੰਦੇ ਜੇ ਕੋ ਬੁੱਝੈ, ਜੇ ਕੋਈ ਇਹ ਸਮਝ ਲਏ ਇਸ ਗੱਲ ਨੂੰ, ਦੇਖੋ ਬੁੱਝ ਲਵੇ, ਹੋਵੇ ਸਚਿਆਰ। ਮਹਾਰਾਜ ਕਹਿੰਦੇ ਸਚਿਆਰ ਬਣ ਗਿਆ। ਕਿੰਨਾ ਸੌਖਾ ਤਰੀਕਾ ਮਹਾਰਾਜ ਨੇ ਦੱਸਿਆ। ਤੇ ਜੇ ਕੋ ਬੁੱਝੈ ਹੋਵੇ ਸਚਿਆਰ। ਹੁਣ ਮਹਾਰਾਜ ਉਸ ਗੱਲ ਨੂੰ ਕਹਿ ਰਹੇ ਨੇ, ਧਵਲੇ ਉੱਪਰ ਕੇਤਾ ਭਾਰ। ਭਾਈ ਜੇ ਤੁਸੀਂ ਦੁਨੀਆ ਦੇ ਲੋਕੋ, ਤੁਸੀਂ ਕਹਿ ਰਹੇ ਹੋ ਕਿ ਧੌਲ ਬਲਦ ਨੇ, ਧਰਤੀ ਉਹਦੇ ਸਿੰਘਾਂ ਤੇ ਟਿਕੀ ਹੋਈ ਹੈ, ਤੇ ਜਦੋਂ ਉਹ ਥੱਕ ਜਾਂਦਾ ਹੈ ਤੇ ਸਿੰਘ ਬਦਲਦਾ ਹੈ, ਤੇ ਭੂਚਾਲ ਔਰ ਸਾਈਕਲੋਨ ਜੋ ਆਉਂਦੇ ਨੇ, ਇਹ ਉਹ ਬਲਦ ਆਪਣਾ ਸਿੰਘ ਬਦਲਦਾ ਤਾਂ ਆਉਂਦੇ ਨੇ। ਚਲੋ ਉਹਨੇ ਧਰਤੀ ਟਿਕਾਈ ਆਪਣੇ ਸਿਰ ਤੇ, ਇੰਨਾ ਭਾਰ, ਧਰਤੀ ਉੱਪਰ ਕੇਤਾ ਭਾਰ। ਬਲਦ ਉੱਤੇ ਕਿਤਨਾ ਬੋਝ ਹੋਏਗਾ? ਇਹਦਾ ਮਤਲਬ ਧਰਤੀ ਕਿੰਨੀ ਭਾਰੀ ਹੈ, ਇਹਦੇ ਉੱਤੇ ਕਿੰਨੀਆਂ ਬਿਲਡਿੰਗਾਂ ਤੇ ਕਿਤਨੇ ਪਹਾੜ ਤੇ ਕਿਤਨੀਆਂ ਘਰ ਬਣੇ ਹੋਏ ਨੇ, ਕਿਤਨੇ ਜੀਵ ਰਹਿ ਰਹੇ ਨੇ, ਇਹ ਸਾਰੇ ਇੱਕ ਬਲਦ ਦੇ ਉੱਤੇ ਟਿਕੇ ਹੋਏ ਨੇ। ਮਹਾਰਾਜ ਕਹਿੰਦੇ ਚਲੋ ਮੰਨ ਲਿਆ ਉਹਨਾਂ ਨੇ ਭਾਰ ਚੁੱਕਿਆ, ਪਰ ਉਹ ਬਲਦ ਕਿਹਦੇ ਸਹਾਰੇ ਟਿਕਿਆ? ਗੱਲ ਤੇ ਆ ਗਈ, ਆਖਿਰ ਬਲਦ ਵੀ ਤੇ ਥੱਲੇ ਕੋਈ ਸਪੋਰਟ ਹੋਏਗੀ। ਤਾਂ ਮਹਾਰਾਜ ਕਹਿੰਦੇ ਨੇ, ਫਿਰ ਉਹ ਕਹਿੰਦੇ ਨੇ ਧਰਤੀ ਹੋਰ ਪਰੈ ਹੋਰ। ਉਹ ਜਿਹੜੇ ਅਨਮਤੀਏ ਕਹਿ ਲਓ, ਅਗਿਆਨ ਵਸ਼ ਹੋ ਕੇ ਅੱਗੋਂ ਫਿਰ ਦਲੀਲ ਦੇ ਰਹੇ ਨੇ। ਉਹ ਕਹਿ ਰਹੇ ਨਹੀਂ, ਧਰਤੀ ਤੇ ਹੋਰ ਵੀ ਹੈ ਥੱਲੇ। ਤੇ ਮਹਾਰਾਜ ਕਹਿੰਦੇ ਚਲੋ ਮੰਨ ਲਿਆ ਉਹ ਧਰਤੀ ਤੇ ਟਿਕੇ ਨੇ, ਫਿਰ ਉਹ ਧਰਤੀ ਨੂੰ ਕਿਹਨੇ ਟਿਕਾਇਆ? ਉਹ ਕਹਿੰਦੇ ਫਿਰ ਬਲਦ ਨੂੰ। ਮਹਾਰਾਜ ਕਹਿੰਦੇ ਨੇ ਫਿਰ ਗੱਲ ਮੁਕਾਓ, ਤਿਸ ਤੇ ਪਾਰ ਤਲੈ ਕਵਣ ਜੋਰ।
ਫਿਰ ਉਹ ਕਿਹੜੀ ਸ਼ਕਤੀ ਹੈ ਜਿਹਦੇ ਉੱਤੇ ਇਹ ਸਾਰੀਆਂ ਚੀਜ਼ਾਂ ਟਿੱਕੀਆਂ ਹੋਈਆਂ ਨੇ? ਤੇ ਮਹਾਰਾਜ ਕਹਿੰਦੇ ਨੇ ਕੋਈ ਨਹੀਂ ਹੈ, ਉਹ ਸਿਰਫ ਧਰਮ ਦੀ ਇੱਕ ਮਰਿਆਦਾ ਦੀ। ਦੇਖੋ ਸਭ ਚੀਜ਼ਾਂ ਮਰਿਆਦਾ ਵਿੱਚ ਚੱਲ ਰਹੀਆਂ ਨੇ। ਪਾਣੀ ਹੈ ਆਪਣੀ ਮਰਿਆਦਾ ਵਿੱਚ ਚੱਲ ਰਿਹਾ ਹੈ, ਸੂਰਜ ਹੈ ਆਪਣੇ ਸਮੇਂ ਸਿਰ ਨਿਕਲਦਾ ਹੈ, ਉਹਨੂੰ ਕੋਈ ਨਹੀਂ ਹੈ, ਮੇਰਾ ਕੋਈ ਆਲਸ ਨਹੀਂ ਕਿ ਅੱਜ ਮੇਰਾ ਦਿਲ ਨਹੀਂ ਕਰ ਰਿਹਾ, ਅੱਜ ਮੈਂ ਨਹੀਂ ਨਿਕਲਣਾ, ਨਹੀਂ, ਸਭ ਮਰਿਆਦਾ ਵਿੱਚ ਨੇ। ਤਾਂ ਇਹੀ ਧਰਮ ਹੈ। ਇੱਕ ਬੰਦਾ ਹੀ ਹੈ ਜਿਹੜਾ ਮਰਿਆਦਾ ਤੋਂ ਪਰੇ ਹੁੰਦਾ ਹੈ। ਦੁੱਖ ਉਦੋਂ ਹੀ ਆਉਂਦੇ ਨੇ ਜਦੋਂ ਪਰਮਾਤਮਾ ਦੀ ਨਿਯਮ, ਪਰਮਾਤਮਾ ਦੀ ਮਰਿਆਦਾ, ਪਰਮਾਤਮਾ ਦੇ ਕਾਨੂੰਨ ਤੋਂ ਅਸੀਂ ਹਟ ਜਾਂਦੇ ਹਾਂ, ਉਦੋਂ ਸਾਰੀ ਮੁਸ਼ਕਲਾਂ ਆ ਜਾਂਦੀਆਂ ਨੇ। ਤਾਂ ਮਹਾਰਾਜ ਕਹਿੰਦੇ ਨੇ ਫਿਰ ਮਹਾਰਾਜ ਖੁਲਾਸਾ ਕਰ ਰਹੇ ਨੇ, ਜੀ ਜਾਤ ਰੰਗਾਂ ਕੇ ਨਾਮ। ਇਸ ਧਰਤੀ ਤੇ ਕਿੰਨੇ ਜੀ ਨੇ, ਕੋਈ ਹਿਸਾਬ ਹੀ ਨਹੀਂ ਹੈ। ਉਹਨਾਂ ਦੀਆਂ ਕਿੰਨੀਆਂ ਜਾਤੀਆਂ ਨੇ, ਇੱਕ ਇੱਕ ਜਾਤੀ ਦੇ ਅੰਦਰ ਗੋਤ ਨੇ, ਕਿੰਨਾ ਹੀ ਕੁਛ ਹੈ। ਰੰਗਾਂ ਕੇ ਨਾਮ, ਕਿੰਨੇ ਰੰਗ ਨੇ ਜੀਆਂ ਦੇ, ਔਰ ਕਿੰਨੇ ਨਾਮ ਨੇ, ਕੋਈ ਅੰਦਾਜ਼ਾ ਲਾ ਸਕਦਾ ਹੈ? ਸਭਨਾ ਲਿਖਿਆ ਵੂੜੀ ਕਲਾਮ। ਸਾਰਿਆਂ ਦੇ ਲੇਖੇ ਨੇ ਨਾ ਜਿਹੜੇ, ਉਹ ਇੱਕੋ ਹੁਕਮੀ ਰੂਪੀ ਕਲਮ ਦੇ ਨਾਲ ਲਿਖੇ ਹੋਏ ਨੇ, ਇੱਕੋ ਵਾਰੀ ਪਰਮਾਤਮਾ ਨੇ ਲਿਖ ਦਿੱਤੇ ਨੇ। ਵੂੜੀ ਹੁੰਦਾ ਹੈ ਹੁਕਮ ਵਿੱਚ, ਤੇ ਕਲਾਮ ਕਲਮ। ਪਰਮਾਤਮਾ ਨੇ ਸਭ ਦੇ ਮੱਥੇ ਦੇ ਉੱਤੇ ਜਿਹੜੇ ਲੇਖ ਨੇ ਨਾ, ਇੱਕੋ ਕਲਮ ਰਾਹੀਂ ਇੱਕੋ ਤਾਰ ਵਿੱਚ ਲਿਖ ਦਿੱਤੇ ਨੇ, ਇੱਕੋ ਹੁਕਮ ਦੇ ਵਿੱਚ ਲਿਖ ਦਿੱਤੇ ਨੇ। ਤੇ ਮਹਾਰਾਜ ਕਹਿੰਦੇ ਨੇ ਇਹ ਲੇਖਾ ਲਿਖ ਜਾਣੇ ਕੋਏ। ਇਹ ਲੇਖਾ ਮਹਾਰਾਜ ਕਹਿੰਦੇ ਲਿਖਣਾ ਕੋਈ ਨਹੀਂ ਜਾਣਦਾ ਸਿਰਫ ਪਰਮਾਤਮਾ ਤੋਂ ਇਲਾਵਾ। ਮੇਰੇ ਲੇਖਾਂ ਦਾ ਪਤਾ ਨਹੀਂ, ਤੁਹਾਡੇ ਲੇਖਾਂ ਦਾ ਪਤਾ ਨਹੀਂ ਕੀ ਹੋਣਾ, ਕੀ ਕਰਕੇ ਆਏ ਆ। ਪਰ ਲੇਖਾ ਲਿਖਿਆ ਕੀਤਾ ਹੋਏ, ਕੋਈ ਕਿੰਨਾ ਵੱਡਾ ਉਹਦਾ ਲੇਖਾ ਕੋਈ ਨਹੀਂ ਦੱਸ ਸਕਦਾ। ਦੱਸੋ ਕੋਈ ਪਰਮਾਤਮਾ ਦਾ ਲੇਖਿਆ ਨੂੰ ਕੋਈ ਦੱਸ ਸਕਦਾ ਹੈ? ਕੋਈ ਨਹੀਂ ਦੱਸ ਸਕਦਾ। ਕੀਤਾ ਤਾਣ ਸੁਆਲਿਓ ਰੂਪ। ਤਾਣ ਹੁੰਦਾ ਬਲ, ਪੜ੍ਹ ਕੇ ਆਇਆ ਨਾ, ਗਾਵੇ ਕੋ ਤਾਣ। ਤਾਣ ਹੁੰਦਾ ਬਲ, ਉਹਦਾ ਕਿੰਨਾ ਬਲ ਹੈ। ਪਰਮਾਤਮਾ ਦੇ ਬਲ ਦੀ ਕੋਈ ਸ਼ਕਤੀ ਨੂੰ ਕੋਈ ਦੱਸ ਨਹੀਂ ਸਕਦਾ, ਉਹ ਬਹੁਤ ਹੀ ਬਲਵਾਨ ਹੈ। ਸੁਆਲਿਓ ਰੂਪ, ਉਹਦਾ ਰੂਪ ਵੀ ਬੜਾ ਸੁੰਦਰ ਹੈ। ਇਹ ਵੀ ਸੰਸਾਰ ਤੋਂ ਦੇ ਹਰਕਾ ਰੂਪ ਹੈ। ਹੁਣ ਅਸੀਂ ਜਗ੍ਹਾ ਤੇ ਚਲੇ ਜਾਈਏ, ਹਿਲ ਸਟੇਸ਼ਨ ਤੇ ਕਸ਼ਮੀਰ ਚਲੇ ਜਾਈਏ, ਅਸੀਂ ਵੇਖ ਕੇ ਕਹਿੰਦੇ ਵਾਹ ਵਾਹ ਗੁਰੂ, ਦੇਖ ਕੇ ਅਸੀਂ ਅਚਰਜ ਹੋ ਜਾਂਦੇ ਹਾਂ ਨਾ। ਜੇ ਉਹਦੀ ਕੁਦਰਤ ਨੂੰ ਵੇਖ ਕੇ ਅਸੀਂ ਹੈਰਾਨ ਹੋ ਜਾਂਦੇ ਹਾਂ, ਅਚਰਜ 'ਚ ਆ ਜਾਂਦੇ ਹਾਂ। ਕਦੇ ਮਨ ਵਿੱਚ ਸੋਚਿਆ ਕਿ ਪਰਮਾਤਮਾ ਜਿਹਨੇ ਬਣਾਈਏ ਉਹ ਕਿੰਨਾ ਖੂਬਸੂਰਤ ਹੋਏਗਾ। ਜੇ ਅਗਰ ਕੋਈ ਕੁਦਰਤ ਨਾਲ ਗੱਲਾਂ ਕਰਨਾ ਚਾਹਵੇ ਤੇ ਕਰ ਸਕਦਾ। ਅੰਬ ਖਾਂਦੇ ਹੋ ਜਾਂ ਕਮਾਲ ਹੈ, ਹੋਰ ਵੀ ਫਰੂਟ ਨੇ, ਪਰ ਰੱਬ ਤੁਸੀਂ ਇਹਦੇ ਉੱਤੇ ਛਿੱਲੜ ਵੀ ਹੈ, ਵਿੱਚ ਅੰਦਰ ਇਹਦੇ ਮਿਠਾਸ ਕਿਵੇਂ ਭਰ ਦਿੱਤੀ। ਤੂੰ ਕਿੰਨਾ ਮਿੱਠਾ ਅੰਬ ਹੈ। ਕਦੀ ਸੋਚਿਆ ਜਿਹਨੇ ਬਣਾਇਆ ਉਹ ਕਿੰਨਾ ਮਿੱਠਾ ਹੋਏਗਾ, ਰੱਬ ਕਿੰਨਾ ਮਿੱਠਾ ਹੋਏਗਾ। ਤੇ ਮਹਾਰਾਜ ਕਹਿੰਦੇ ਨੇ ਕੇਤਾ ਤਾਣ ਸੁਆਲਿਓ ਰੂਪ। ਉਹਦਾ ਰੂਪ ਕਿੰਨਾ ਸੁੰਦਰ ਹੈ। ਉਹਦਾ ਰੂਪ ਕੋਈ ਆਕਾਰ ਆਪਣੀ ਕੋਈ ਮਨ 'ਚ ਕੋਈ ਮੂਰਤੀ ਨਾ ਬਣਾ ਕੇ ਅਸੀਂ ਬਹਿ ਜਾਈਏ, ਕੋਈ ਪਰਟੀਕੂਲਰ ਸ਼ਕਲ ਨਹੀਂ। ਇਹ ਸਾਰਾ ਸਰਗੁਣ ਰੂਪ ਉਹਦਾ ਅਸੀਂ ਦੇਖ ਰਹੇ ਹਾਂ, ਕਿੰਨਾ ਹੀ ਸੁੰਦਰ ਹੈ। ਤੇ ਜਿਹੜਾ ਅਸੀਂ ਨਿਰਗੁਣ ਸ਼ਬਦ ਰੂਪ ਦੇਖ ਰਹੇ ਹਾਂ, ਨਿਰਗੁਣ ਰੂਪ ਹੈ, ਉਹ ਵੀ ਕਿੰਨਾ ਸੁੰਦਰ ਹੈ। ਤੇ ਮਹਾਰਾਜ ਕਹਿੰਦੇ ਨੇ ਕੇਤੀ ਦਾਤ ਜਾਣੇ ਕੌਣ ਕੂਤ। ਉਹਦੀਆਂ ਦਾਤਾਂ ਨੂੰ ਅੰਦਾਜ਼ਾ ਕੋਈ ਨਹੀਂ ਲਾ ਸਕਦਾ। ਤੁਸੀਂ ਘਰ ਦੀਆਂ ਪਈਆਂ ਚੀਜ਼ਾਂ ਨੂੰ ਤੁਸੀਂ ਕਹੋ ਕਾਪੀ ਪੈਨ ਲੈ ਕੇ ਸਾਰੀਆਂ ਘਰ ਦੀਆਂ ਚੀਜ਼ਾਂ ਲਿਖੋ, ਤੁਸੀਂ ਨਹੀਂ ਲਿਖ ਸਕਦੇ। ਤੇ ਜੇ ਬਚਪਨ ਤੋਂ ਲੈ ਕੇ ਹੁਣ ਤੱਕ ਜਿਹੜੀਆਂ ਉਹਨੇ ਸਾਨੂੰ ਦਾਤਾਂ ਦਿੱਤੀਆਂ ਨੇ, ਉਹਦਾ ਕੋਈ ਵੀ ਅੰਦਾਜ਼ਾ ਨਹੀਂ ਲਾ ਸਕਦਾ। ਉਹ ਬੇਅੰਤ ਹੈ, ਉਹ ਦਾਤਾਂ ਦੇਣ ਵਾਲਾ ਹੈ। ਕੀਤਾ ਪਸਾਓ ਏਕੋ ਕਵਾਓ। ਮਹਾਰਾਜ ਜਿੰਨੀਆਂ ਦਾਤਾਂ ਨੇ, ਤੁਸੀਂ ਤੇ ਫਿਰ ਬੜਾ ਸਮਾਂ ਲਾਇਆ ਹੋਏਗਾ ਬਣਾਉਣ ਵਕਤ। ਦੇਖੋ ਅਸੀਂ ਇੱਕ ਮਕਾਨ ਬਣਾਉਂਦੇ ਹਾਂ, 6 ਮਹੀਨੇ 8 ਮਹੀਨੇ ਸਾਲ 1.5 ਸਾਲ ਲੱਗ ਜਾਂਦਾ। ਕੋਈ ਵੱਡੀ ਬਿਲਡਿੰਗ ਹੋਏ 2 ਸਾਲ ਵੀ ਲੱਗ ਜਾਂਦੇ ਨੇ, ਕਿਤੇ 5 ਵੀ ਲੱਗ ਜਾਂਦੇ ਨੇ। ਤੁਸੀਂ ਇੰਨੀ ਵੱਡੀ ਸ੍ਰਿਸ਼ਟੀ ਸਾਜ ਦਿੱਤੀ ਮਹਾਰਾਜ, ਹੇ ਪਰਮਾਤਮਾ, ਫਿਰ ਤੇ ਬਹੁਤ ਸਮਾਂ ਲੱਗਿਆ ਹੋਏਗਾ। ਤੁਸੀਂ ਇਹਦੇ ਵਿੱਚ ਪਾਣੀ ਵੀ ਪਾਇਆ, ਇਹਦੇ ਵਿੱਚ ਪੈਟਰੋਲ ਵੀ ਪਾਇਆ,
ਇਹਦੇ ਖਣਿਜ ਪਦਾਰਥ ਵੀ ਪਾਏ ਨੇ, ਇਹਦੇ ਵਿੱਚ ਜੀਆਂ ਨੂੰ ਵੀ ਪੈਦਾ ਕੀਤਾ, ਇਹਦੇ ਵਨਸਪਤੀ ਵੀ ਹੈ, ਪਹਾੜ ਵੀ ਨੇ, ਤੇ ਬਹੁਤ ਸਮਾਂ ਲੱਗਿਆ ਹੋਏਗਾ ਧਰਤੀ ਬਣਾਉਣ ਵਾਸਤੇ ਤੁਹਾਨੂੰ। ਮਹਾਰਾਜ ਕਹਿੰਦੇ ਨਹੀਂ, ਕੀਤਾ ਪਸਾਓ, ਇਹ ਜਿੰਨਾ ਪਸਾਓ ਹੈ ਇਹ ਕੋ ਕਵਾਓ, ਇੱਕ ਪਰਮਾਤਮਾ ਦੇ ਬੋਲ ਦੇ ਨਾਲ ਇਹ ਧਰਤੀ ਸਾਜੀ ਗਈ ਸੀ, ਕੋਈ ਹੋਰ ਕੁਝ ਨਹੀਂ। ਇਹ ਪਰਮਾਤਮਾ ਨੇ ਜਦ ਸ੍ਰਿਸ਼ਟੀ ਸਾਜਨੀ ਸੀ, ਇੱਕ ਬੋਲ ਦੇ ਕਾਰਨ ਉਹਨੇ ਇੱਕ ਮੂੰਹ ਚੋਂ ਬੋਲ ਕੱਢਿਆ, ਸ਼ਬਦ ਕੱਢਿਆ, ਜਿਹਨੂੰ ਸ਼ਬਦ ਗੁਰਬਾਣੀ ਸ਼ਬਦ ਕਹਿੰਦੀ ਹੈ। ਉਸ ਸ਼ਬਦ ਰਾਹੀਂ ਇਸ ਸਾਰੀ ਸ੍ਰਿਸ਼ਟੀ ਦਾ ਪਸਾਰਾ ਹੋਇਆ ਹੈ। ਤੇ ਮਹਾਰਾਜ ਕਹਿੰਦੇ ਹਰਨ ਪਰਨ ਜਾ ਕਾ ਨੇਤਰ ਫੋਰ, ਉਹਦੀ ਇਤਨੀ ਪਰਮਾਤਮਾ ਦੀ ਸ਼ਕਤੀ ਹੈ। ਹਰਨ ਵਿੱਚ ਹਰਨ ਪਰਨ ਜਾ ਕਾ, ਇੱਕ ਅੱਖ ਦੇ ਚਮਕਣ ਜਿੰਨੇ ਉਸ ਧਰਤੀ ਨੂੰ ਸਾਜ ਵੀ ਦਿੰਦਾ ਹੈ, ਤੇ ਖਿਨ ਮੇ ਥਾਪ ਉਥਾਪਨ ਆ ਰਹਾ, ਉਹਨੂੰ ਧਰਤੀ ਨੂੰ ਸਮੇਟ ਵੀ ਦਿੰਦਾ ਹੈ। ਪੜ੍ਹਿਆ ਨਾ ਹੁਣੇ, ਜਬ ਉਦ ਕਰਕ ਕਰਾ ਕਰਤਾਰਾ ਪ੍ਰਜਾ ਧਰਤ ਤਬ ਦੇਹ ਪਾਰਾ, ਜਬ ਆ ਕਰਕ, ਜਦੋਂ ਚਾਹੁੰਦਾ ਤੇ ਧਰਤੀ ਨੂੰ ਜਬ ਆ ਕਰਕ ਕਰ ਤੋ ਕਬੂ ਤੁਮ ਮੈਂ ਮਿਲਤ ਦੇ ਤਰ ਸਕੂ, ਸਾਰਿਆਂ ਨੂੰ ਸਮੇਟ ਵੀ ਲੈਂਦਾ, ਉਹਨੂੰ ਸਮਾਂ ਨਹੀਂ ਲੱਗਦਾ, ਉਹਨੂੰ ਨਾ ਬਣਾਉਣ ਵਿੱਚ ਸਮਾਂ ਲੱਗਿਆ ਤੇ ਨਾ ਉਹਨੂੰ ਸਮੇਟਣ ਵਿੱਚ ਸਮਾਂ ਲੱਗਣਾ। ਕੀਤਾ ਪਸਾਓ ਏਕੋ ਕਵਾਓ, ਇੱਕੋ ਪਰਮਾਤਮਾ ਦੇ ਬੋਲ ਨਾਲ ਉਹਨੇ ਸਾਰੀ ਸ੍ਰਿਸ਼ਟੀ, ਇੱਕ ਨਹੀਂ ਬੇਅੰਤ ਸ੍ਰਿਸ਼ਟੀਆਂ ਦੀ ਸਾਜਨਾ ਕਰ ਦਿੰਦਾ ਹੈ। ਤਿਸ ਤੇ ਹੋਏ ਲੱਖ ਦਰਿਆਓ, ਫਿਰ ਉਸ ਤੋਂ ਲੱਖਾਂ ਦਰਿਆ, ਇਹ ਜੋ ਵੇਖ ਰਹੇ ਹਾਂ, ਸਾਰੀ ਕਾਇਨਾਤ ਦੇਖ ਰਹੇ ਹਾਂ, ਉਹਨੇ ਇੱਕ ਬੋਲ ਦੇ ਨਾਲ, ਮੁਖ ਤੋਂ ਬੋਲ ਬੋਲਿਆ ਤੇ ਉਹਦੇ ਵਿੱਚ ਹੀ ਉਹਨੇ ਫਿਰ ਸਾਰਾ ਕੁਝ, ਪਰਮਾਤਮਾ ਨੇ ਇਸ ਨੂੰ ਸ੍ਰਿਸ਼ਟੀ ਨੂੰ ਪੈਦਾ ਕਰ ਦਿੱਤਾ। ਹੁਣ ਮਹਾਰਾਜ ਆਪਣਾ ਫੈਸਲਾ ਦੇ ਰਹੇ ਨੇ, ਕੁਦਰਤ ਕਵਣ ਕਹਾ ਵਿਚਾਰ। ਮਹਾਰਾਜ ਕਹਿੰਦੇ ਨੇ ਕੁਦਰਤ, ਕੁਦਰਤ ਮਤਲਬ ਤਾਕਤ, ਮੇਰੀ ਕੀ ਤਾਕਤ ਹੈ। ਕੁਦਰਤ ਕਵਣ ਕਹਾ ਵਿਚਾਰ, ਮੈਂ, ਮੇਰੇ ਵਿੱਚ ਕਿਹੜਾ ਕੋਈ ਬਲ ਐਸਾ, ਮਹਾਰਾਜ ਕਹਿੰਦੇ ਮੈਂ ਕੀ ਕਰ ਸਕਣਾ। ਕਹਾ ਵਿਚਾਰ, ਉਸ ਪਰਮਾਤਮਾ ਦੀ ਵਿਚਾਰ ਮੈਂ, ਇਹ ਨਿਮਾਣਾਪਨ ਦੀ ਗੱਲ ਹੈ। ਇਤਨਾ ਕੁਝ ਪਤਾ ਹੁੰਦਿਆਂ ਜੋ ਸਾਨੂੰ ਨਹੀਂ ਪਤਾ, ਪਰਮਾਤਮਾ ਗੁਰੂ ਨਾਨਕ ਪਾਤਸ਼ਾਹ ਨੂੰ ਸਭ ਕੁਝ ਪਤਾ ਹੁੰਦਿਆਂ, ਤੇ ਕਿਉਂਕਿ ਆਪ ਨਾਰਾਇਣ ਕਲਾ ਧਾਰ ਜਗ ਮੇ ਪਰਵਰਿਓ ਵਾਲੀ ਗੱਲ, ਮਹਾਰਾਜ ਕਹਿੰਦੇ ਨੇ ਕੁਦਰਤ ਕਵਣ, ਤੇਰੀ ਤਾਕਤ ਨੂੰ ਮੈਂ ਕੀ ਦੱਸਾਂ, ਮੈਂ ਕੀ ਵਿਚਾਰ ਕਰ ਸਕਣਾ। ਵਾਰਿਆ ਨ ਜਾਵਾਂ ਏਕ ਵਾਰ, ਮੈਂ ਤੇ ਇੱਕ ਵਾਰ ਵੀ ਉਸ ਤੋਂ ਬਲਿਹਾਰ ਨਹੀਂ ਜਾ ਸਕਦਾ, ਮੇਰੇ 'ਚ ਇੰਨੀ ਪਾਇਆ ਨਹੀਂ ਹੈ। ਜੋ ਤੁਧ ਭਾਵੈ ਸਾਈ ਭਲੀ ਕਾਰ, ਹੇ ਪਰਮਾਤਮਾ ਜੋ ਤੁਧ ਭਾਵੈ, ਜੋ ਤੈਨੂੰ ਚੰਗਾ ਲੱਗਦਾ ਹੈ, ਸਾਈ ਭਲੀ ਕਾਰ, ਉਹੀ ਕੰਮ ਚੰਗੇ ਨੇ। ਅਸੀਂ ਕਹਿੰਦੇ ਹਾਂ ਪਰਮਾਤਮਾ ਜੋ ਤੁਧ ਭਾਵੈ, ਕਹਿ ਤੇ ਦਿੰਦੇ ਹਾਂ, ਪਰ ਅਸੀਂ ਕਹਿੰਦੇ ਹਾਂ ਨਹੀਂ, ਪਰਮਾਤਮਾ ਜੋ ਸਾਨੂੰ ਚੰਗਾ ਲੱਗੇ ਅਸੀਂ ਉਹੀ ਕਰਨਾ ਹੈ। ਹੁੰਦਾ ਐਵੇਂ ਹੀ ਹੈ। ਕਦੀ ਨਹੀਂ ਸੋਚਿਆ ਕਿ ਜੋ ਪਰਮਾਤਮਾ ਨੂੰ ਚੰਗਾ ਹੋਣਾ ਹੈ ਉਹੀ ਹੋਣਾ ਹੈ। ਬੰਦਾ ਅੱਜ ਦੁਖੀ ਕਿਉਂ ਹੈ? ਕਿਉਂਕਿ ਉਹਦੀ ਚਾਹਤ ਦੇ ਨਾਲ ਕਾਰਜ ਨਹੀਂ ਹੋ ਰਹੇ। ਦੇਖੋ, ਅਸੀਂ ਨਾ, ਮੈਂ ਅਕਸਰ ਬੇਨਤੀ ਕਰਨਾ, ਨਾ ਮੈਂ ਮਰਜ਼ੀ ਨਾਲ ਆਇਆ ਮੈਂ ਸੰਸਾਰ ਵਿੱਚ, ਨਾ ਮੈਂ ਆਪਣੀ ਮਰਜ਼ੀ ਨਾਲ ਕਿਸੇ ਆਪਣੇ ਮਨ ਮਾਨੇ ਪਰਿਵਾਰ ਦੇ ਵਿੱਚ ਜਨਮ ਲਿਆ ਹੈ, ਨਾ ਮੇਰੇ ਉਸ ਕਲਰ ਰੰਗ ਮੈਨੂੰ ਉਸ ਹਿਸਾਬ ਦਾ ਨਹੀਂ ਮਿਲਿਆ। ਹੁਣ ਜੇ ਆਪਣੀ ਮਰਜ਼ੀ ਦਾ ਹੁੰਦਾ ਤੇ ਕਾਲੇ ਜਿਹੜੇ ਬੰਦੇ ਨੇ ਉਹ ਤੇ ਮੰਨਦੇ ਹੀ ਨਾ, ਉਹ ਤੇ ਕਹਿੰਦੇ ਮੈਂ ਤੇ ਵਾਈਟ ਹੀ, ਗੋਰਾ ਹੀ ਹੋਣਾ ਹੈ। ਨਾ ਮੈਨੂੰ ਮਰਜ਼ੀ ਨਾਲ ਹਾਈਟ ਮਿਲੀ ਹੈ, ਨਾ ਮਰਜ਼ੀ ਨਾਲ ਮੈਂ ਖਾ ਪੀ ਹਰ ਚੀਜ਼ ਪਰਮਾਤਮਾ ਦੇ ਮੁਤਾਬਕ ਹੈ। ਸਾਡੇ ਜੀਆਂ ਦੇ ਹੱਥ ਹੈ ਜੀ ਕੋਈ, ਸਭ ਕੁਛ ਤੁਮਰੇ ਹਾਥ ਪ੍ਰਭ ਆਪ ਕਰੇ ਕਰਾਏ, ਕਰਾਉਣ ਵਾਲਾ ਤੇ ਉਹੀ ਹੋਈ ਹੈ। ਜੇ ਅਸੀਂ ਇਸ ਸਿਧਾਂਤ ਨੂੰ, ਇਸ ਵਿਧੀ ਨੂੰ, ਇਸ ਲੌਜਿਕ ਨੂੰ ਸਮਝ ਜਾਈਏ ਕਿ ਭਾਈ ਸਾਡੇ ਹੱਥ ਪੱਲੇ ਕੁਝ ਹੈ ਹੀ ਨਹੀਂ, ਤੇ ਸਾਡੇ ਮੁੱਖੋਂ ਕੀ ਹੋਣਾ ਚਾਹੀਦਾ ਹੈ? ਜੋ ਤੁਧ ਭਾਵੈ, ਹੇ ਪਰਮਾਤਮਾ ਜੋ ਤੈਨੂੰ ਚੰਗਾ ਲੱਗਦਾ ਹੈ, ਸਾਈ ਭਲੀ ਕਾਰ, ਉਹ ਕੰਮ ਚੰਗਾ ਹੈ। ਜੇ ਪਰਮਾਤਮਾ ਨੇ ਜੇ ਸੁਖ ਦੇ ਤਾਂ ਤੁਝੇ ਅਰਾਧੀ, ਦੁੱਖ ਵੀ ਤੁਝੇ ਧਿਆਈ, ਜੇ ਭੁੱਖ ਦੇ ਤਾਂ ਇਤ ਹੀ ਰਾਜਾ, ਦੁੱਖ ਵਿੱਚ ਸੂਖ ਮਨਾਈ। ਜੇ ਤੂੰ ਪਾਤਸ਼ਾਹੀ ਦੇ ਦਿੱਤੀ ਤਾਂ ਵੀ ਤੇਰਾ ਸ਼ੁਕਰ ਹੈ, ਜੇ ਤੂੰ ਅੱਜ ਖਾਣ ਨੂੰ ਰੋਟੀ ਨਹੀਂ ਮਿਲੀ ਤਾਂ ਵੀ ਤੇਰਾ ਸ਼ੁਕਰ ਹੈ। ਜੇ ਸੁਖ ਦੇ ਤਾਂ ਤੁਝੇ ਅਰਾਧੀ, ਦੁੱਖ ਵੀ ਤੁਝੇ ਧਿਆਈ, ਕਿਉਂਕਿ ਤੈਨੂੰ ਇਹ ਚੰਗਾ ਲੱਗਦਾ ਹੈ। ਜੇ ਤੈਨੂੰ ਚੰਗਾ ਲੱਗਦਾ ਹੈ ਤੇ ਫਿਰ ਸਾਰੇ ਕੰਮ ਚੰਗੇ ਨੇ। ਤੋ ਮਹਾਰਾਜ ਕਹਿੰਦੇ ਨੇ ਇਸ ਕਰਕੇ ਤੂੰ ਸਦਾ ਸਲਾਮਤ ਨਿਰੰਕਾਰ, ਹੈ ਆਕਾਰ ਤੋਂ ਰਹਿਤ, ਨਿਰ ਅੰਕ ਨਿਰ ਆਕਾਰ,
ਜਿਹੜਾ ਆਕਾਰ ਨਹੀਂ, ਸਾਡੇ ਸਭ ਦੇ ਆਕਾਰ ਨੇ, ਜਿਤਨੇ ਆਕਾਰ ਅਸੀਂ ਵੇਖ ਰਹੇ ਹਾਂ ਉਹਨਾਂ ਨੇ ਸਭ ਨੇ ਭਸਮ ਹੋ ਜਾਣਾ, ਖਤਮ ਹੋ ਜਾਣਾ, ਨਾਸ਼ ਹੋ ਜਾਣਾ, ਪਰ ਉਹ ਅਬਿਨਾਸ਼ੀ ਹੈ, ਉਹਦਾ ਕੋਈ ਆਕਾਰ ਨਹੀਂ ਹੈ। ਤੇ ਉਸ ਪਰਮਾਤਮਾ ਨੇ ਸਦਾ ਸਲਾਮਤ ਰਹਿਣਾ ਹੈ। ਅਸੀਂ ਤੇ ਆਏ ਹਾਂ, ਸਭਨਾ ਮਰਨਾ ਆਇਆ ਵਿਛੋੜਾ ਸਭਨਾ, ਅਸੀਂ ਸਭਨਾ ਨੇ ਜਾਣਾ ਹੈ, ਪਰ ਪਰਮਾਤਮਾ ਨੇ ਉਹ ਸਦਾ ਸਲਾਮਤ ਰਹਿਣਾ ਹੈ। ਉਹ ਤੇ ਜਦ ਧਰਤੀ ਨਹੀਂ ਵੀ ਬਣੀ ਸੀ, ਅਰਬਦ ਨਰਬਦ ਤੰਦੂਕਾਰਾ, ਧਰਨ ਨਾ ਗਗਨਾ ਹੁਕਮ ਅਪਾਰਾ, ਨਾ ਦਿਨ ਰਹਿਣ ਨਾ ਚੰਦ ਨਾ ਸੂਰਜ, ਸੁਣ ਸਮਾਦ ਲਗਾਏਂਦਾ। ਜਦ ਧਰਤੀ ਤੇ ਸੂਰਜ, ਆਕਾਸ਼ ਪਤਾਲ ਕੁਛ ਵੀ ਨਹੀਂ ਸੀ, ਧੁੰਦੂਕਾਰਾ ਸੀ, ਪਰਮਾਤਮਾ ਤਦ ਵੀ ਸੀ। ਤੋ ਮਹਾਰਾਜ ਕਹਿ ਰਹੇ ਤੂੰ ਸਦਾ ਸਲਾਮਤ ਨਿਰੰਕਾਰ ਹੈ ਪਰਮਾਤਮਾ, ਤੂੰ ਤੇ ਸਦਾ ਹੀ ਰਹਿਣਾ ਹੈ, ਤੂੰ ਆਕਾਰ ਤੋਂ ਰਹਿਤ ਹੈ। ਸਾਡੇ ਤੇ ਵੀ ਕਿਰਪਾ ਕਰੋ ਮਹਾਰਾਜ, ਅਸੀਂ ਵੀ ਇਸ ਸਿਧਾਂਤ ਨੂੰ ਸਮਝ ਸਕੀਏ, ਅੰਤ ਨਹੀਂ ਪਾਉਣਾ, ਅਸੀਂ ਸਮਝ ਸਕੀਏ ਪਰਮਾਤਮਾ, ਤੁਹਾਡੀ ਹਰ ਰਜ਼ਾ ਨੂੰ ਸਮਝ ਸਕੀਏ, ਤੇ ਫਿਰ ਤੇ ਸਾਡਾ ਇਸ ਸੰਸਾਰ ਵਿੱਚ ਆਇਆ ਸਫਲ ਹੈ। ਨਹੀਂ ਤੇ ਫਿਰ ਅਸੀਂ ਆ ਕੇ ਜਿਸ ਤਰ੍ਹਾਂ ਹੋਰ ਪਸ਼ੂ ਹੋਰ ਜੂਨਾਂ ਵਿੱਚ ਆਉਂਦੇ ਨੇ, ਅਸੀਂ ਵੀ ਐਵੇਂ ਆ ਕੇ ਟੁਰ ਨਾ ਜਾਈਏ। ਗੁਰੂ ਨਾਨਕ ਪਾਤਸ਼ਾਹ ਨੇ ਆਪਣੇ ਬੱਚਿਆਂ ਨੂੰ ਬੜੇ ਪਿਆਰ ਸਹੀ ਸਮਝਾਇਆ ਹੈ, ਔਰ ਇਤਨੀ ਸੁੰਦਰ ਵਿਚਾਰਾਂ ਨਾਲ ਸਾਨੂੰ ਦੱਸ ਰਹੇ ਨੇ। ਤੇ ਹੁਣ ਅਗਲੀ ਪੌੜੀ 'ਚ ਫਿਰ ਦੱਸਾਂਗੇ ਕਿ ਮਹਾਰਾਜ ਕਿ ਕਿਹੜੇ ਕਿਹੜੇ ਜੀਵ ਨੇ, ਅਸੰਖ ਜਪ, ਅਸੰਖ ਭਾਵ, ਅਸੰਖ ਪੂਜਾ, ਉਹਨਾਂ ਦੀਆਂ ਗਿਣਤੀਆਂ ਕਿੰਨੀਆਂ ਨੇ ਸੰਸਾਰ ਵਿੱਚ, ਕਿਸ ਕਿਸ ਤਰ੍ਹਾਂ ਦੇ ਜੀਵ ਕਿਸ ਕਿਸ ਤਰ੍ਹਾਂ ਦੇ ਹਨ, ਉਹਨਾਂ ਦੀਆਂ ਗਿਣਤੀਆਂ ਵੀ ਅੰਦਾਜ਼ਾ ਨਹੀਂ ਲਾ ਸਕਦਾ। ਮਹਾਰਾਜ ਉਹਦਾ ਖੁਲਾਸਾ ਕਰਨਗੇ, ਨਾਲ ਨਾਲ ਅਖੀਰ ਵਿੱਚ ਇਹੀ ਦੱਸੀ ਜਾਣਗੇ ਕਿ ਹੇ ਪਰਮਾਤਮਾ ਤੂੰ ਸਦਾ ਸਲਾਮਤ ਨਿਰੰਕਾਰ ਹੈ, ਸਦਾ ਸਲਾਮਤ ਰਹਿਣ ਵਾਲਾ ਹੈ, ਤੂੰ ਕੀ ਬਖਸ਼ਿਸ਼ਾਂ ਕਰਨਾ ਹੈ। ਹੁਣ ਪਰਮਾਤਮਾ ਦੀਆਂ ਵਡਿਆਈਆਂ ਸੁਣਾਂਗੇ। ਸੋ ਬੇਅੰਤ ਭੁੱਲਾਂ ਗਲਤੀਆਂ ਹੋਈਆਂ ਨੇ ਖਿਮਾ ਕਰ ਦੇਣਾ। ਸਾਰੇ ਮਾਈ ਭਾਈ ਅਸੀਸ ਬਖਸ਼ੋ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।